ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਵੋਟਾਂ ਪੈਣ ਤੋਂ ਬਾਅਦ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ, ਇੱਕ ਤਾਂ ਇਹ ਕਿ ਸਰਕਾਰ ਕਿਹਦੀ ਬਣੇਗੀ। ਅਕਾਲੀ ਦਲ ਤੇ ਭਾਜਪਾ ਇਕਜੁੱਟ ਹੋ ਸਕਦੇ ਨੇ, ਸੁਰਾਂ ਥੋੜੀਆਂ ਨਰਮ ਪਈਆਂ ਤੇ ਇਹਦੇ ਬਾਰੇ ਚਰਚਾਵਾਂ ਕਹਿੰਦੇ ਦਿੱਲੀ ਦੇ ਵਿੱਚ ਕੋਈ ਜਿਹੜੀਆਂ ਦੋਹਾਂ ਧਿਰਾਂ ਨੂੰ ਇਕੱਠਿਆਂ ਕਰਾਉਣ ਦੇ ਲਈ ਵਿੱਚ ਕੋਈ ਪੈ ਪਵਾ ਕੇ ਇਸ ਗੱਲ ਨੂੰ ਸਿਰੇ ਚਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਅਗਲੇ ਦਿਨਾਂ 'ਚ ਜਦੋਂ ਨਤੀਜੇ ਨਿਕਲਣਗੇ ਤਾਂ ਉਦੋਂ ਕਿਸ ਢੰਗ ਦੇ ਨਾਲ ਅਸੀਂ ਅੱਗੇ ਵਧਣਾ। ਇਹਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦੀਆਂ ਚਰਚਾਵਾਂ ਚੱਲ ਰਹੀਆਂ ਕਿ ਉਹ ਜਿਹੜੀ ਕਾਂਗਰਸ ਦੀ ਇੱਕ ਮੀਟਿੰਗ ਸੱਦੀ ਗਈ, ਉਹ 'ਚ ਚੰਨੀ ਸਾਹਿਬ ਸੀਗੇ, ਮੰਥਨ ਕੀਤਾ ਗਿਆ ਚੋਣਾਂ ਤੋਂ ਬਾਅਦ, ਤਾਂ ਉਹਦੇ ਵਿੱਚ ਨਵਜੋਤ ਸਿੱਧੂ ਨਜ਼ਰ ਨਹੀਂ ਆਏ। ਸੁਨੀਲ ਜਾਖੜ ਹੋਰਾਂ ਦਾ ਬਿਆਨ ਵੀ ਕਾਫੀ ਅਹਿਮੀਅਤ ਰੱਖਦਾ ਇਸ ਸਭ ਸਮੇਂ ਦੇ ਦੌਰਾਨ, ਜਦੋਂ ਕਹਿੰਦੇ ਨੇ ਕਿ ਕੇਂਦਰ ਸਰਕਾਰ ਇੱਕ ਵਾਰ ਫੇਰ ਹੱਲਾ ਬੋਲੇਗੀ ਪੰਜਾਬ ਦੇ ਕਿਸਾਨਾਂ ਦੇ ਉੱਤੇ, ਕਿਉਂਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਵੀ ਸਰਕਾਰ ਕੇਂਦਰ ਦੀ ਜਿਹੜੀ ਆ ਉਹ ਪਿੱਛੇ ਹਟਣ ਨੂੰ ਤਿਆਰ ਨਹੀਂ। ਉਹ ਕਿਸੇ ਨਾ ਕਿਸੇ ਨਵੇਂ ਢੰਗ ਤਰੀਕੇ ਦੇ ਨਾਲ ਆਉਣਗੇ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਨਾਲੋਂ ਨਾਲ ਚੰਡੀਗੜ੍ਹ ਦਾ ਬਿਜਲੀ ਸੰਕਟ ਆਖਿਰਕਾਰ ਕੀ ਹੈ। ਪਹਿਲਾਂ ਵੀ ਅਸੀਂ ਬੜੀ ਵਾਰੀ ਕੀਤਾ ਕਿ ਕਾਰਪੋਰੇਟ ਜਿਹੜੇ ਨੇ ਉਹ ਕਬਜ਼ਾ ਕਰਨਾ ਚਾਹੁੰਦੇ ਨੇ ਬਿਜਲੀ ਵਿਭਾਗ ਉੱਤੇ, ਪਰ ਹੁਣ ਗੱਲ ਜਿਹੜੀ ਅੱਗੇ ਵੱਧ ਚੁੱਕੀ ਹੈ। ਬਿਜਲੀ ਮੁਲਾਜ਼ਮ ਜਿਹੜੇ ਨੇ ਉਹ ਲਗਾਤਾਰ ਹੜਤਾਲ ਉੱਤੇ ਬੈਠੇ ਨੇ ਤੇ ਚੰਡੀਗੜ੍ਹ 'ਚ ਬਲੈਕ ਆਊਟ ਹੈ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਪਹਿਲਾ ਸਵਾਲ ਇਹੀ ਕਿ ਲੋਕਾਂ ਦੇ ਮਨਾਂ ਦੇ ਵਿੱਚ ਕਿ ਡਾਕਟਰ ਸਾਹਿਬ ਕੀ ਸੋਚਦੇ ਨੇ ਕਿ ਸਰਕਾਰ ਐਤਕੀ ਕਿਹਦੀ ਬਣਨ ਜਾ ਰਹੀ ਹੈ? ਦੇਖੋ, ਮੋਟੇ ਤੌਰ ਦੇ ਉੱਤੇ ਇਹ ਹੈ ਕਿ ਜ਼ਿਆਦਾ ਸੀਟਾਂ ਤਾਂ ਸਾਰਾ ਕੁਝ ਹੋਣ ਦੇ ਬਾਵਜੂਦ ਪਿਛਲੇ 3 ਦਿਨਾਂ 'ਚ ਚੋਣਾਂ ਤੋਂ ਪਹਿਲਾਂ ਜੋ ਘਟਨਾਕ੍ਰਮ ਹੋਇਆ ਤੇ ਜੋ ਰਾਮ ਰਹੀਮ ਨੂੰ ਪਰੋਲ ਕੰਮ ਫਰਲੋ ਦਿੱਤੀ ਗਈ ਤੇ ਉਹ ਸਾਰੇ ਕਾਸੇ ਨੂੰ ਜਿਹੇ ਜਿਹੇ ਨਾਅਰੇ ਲੱਗੇ, ਉਹ ਸਾਰੇ ਕਾਸੇ ਘਟਨਾ ਕਰਨ ਦਾ ਮਤਲਬ ਇਹ ਹੈ ਵੀ ਆਪ ਜਿਹੜੀ ਜਿੱਤ ਦੇ ਕਿਨਾਰੇ ਸੀ ਥੋੜ੍ਹੀ ਜਿਹੀ ਪਿੱਛੇ ਹੈ, ਪਰ ਹੈ ਉਹ 1 ਨੰਬਰ ਸੀ। ਜੋ ਕੈਲਕੂਲੇਸ਼ਨਾਂ ਪਿਛਲੇ ਸਾਲਾਂ ਦੀਆਂ ਚੋਣਾਂ ਨੂੰ ਗੱਲ ਕਰਦੇ ਹਾਂ, 17 ਨੂੰ, 2014 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਨੂੰ, ਤੇ ਜੋ ਹੁਣ ਉਹਨਾਂ ਦਾ ਜੋ ਸੀਗਾ, ਤੇ ਕਿਉਂਕਿ ਉਹਨਾਂ ਦੇ ਉੱਤੇ ਸਭ ਕੁਝ ਹੋਣ ਦੇ ਬਾਵਜੂਦ ਇੱਕ ਵੱਡਾ ਨਾਅਰਾ ਉਹਨਾਂ ਦਾ ਕੰਮ ਕਰ ਰਿਹਾ ਸੀ। ਇਸ ਵਾਰੀ ਇਹਨਾਂ ਨੂੰ ਇੱਕ ਜਗ੍ਹਾ ਦੇ ਕੇ ਦੇਖ ਲਓ, ਇਹਨਾਂ ਨੂੰ ਮੌਕਾ ਦੇ ਕੇ ਦੇਖ ਲਓ, ਕਿਉਂਕਿ ਬਾਕੀਆਂ ਨੂੰ ਮੌਕਾ ਦੇ ਚੁੱਕੇ ਸੀ। ਕਾਂਗਰਸ ਨੇ ਨਿਰਾਸ਼ ਹੀ ਕਰਿਆ ਲੋਕਾਂ ਨੂੰ, ਤੇ ਅਕਾਲੀ ਆਪਣੇ ਪੈਰ ਮੁੜ ਕੇ ਜਮਾ ਨਹੀਂ ਸਕੇ। ਬੀਜੇਪੀ ਜਿੰਨਾ ਮਰਜ਼ੀ ਆਪਣੇ ਪੈਰ ਪੱਕੇ ਕਰਨ ਦੀ ਗੱਲ ਕਰੀ ਜਾਵੇ, ਬੀਜੇਪੀ ਨੂੰ ਪੰਜਾਬ ਦਾ ਖਾਸ ਕਰਕੇ ਰੂਰਲ ਏਰੀਆ ਦੇ ਤੇ ਛੋਟਾ ਦੁਕਾਨਦਾਰ, ਰੇਹੜੀ ਰਿਕਸ਼ਾ ਵਾਲਾ ਬਹੁਤਾ ਪਸੰਦ ਨਹੀਂ ਕਰਦਾ। ਜਿਹੜੇ ਪੱਕੇ ਉਹਨਾਂ ਦੇ ਨੇ ਉਹ ਤਾਂ ਹੈਗੇ ਹੀ ਨੇ। ਸੋ ਇਸ ਕਰਕੇ ਇੱਕ ਆਪ ਹੀ ਰਹਿ ਗਈ ਸੀ ਲੈ ਦੇ ਕੇ, ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਕੁਛ ਕਰੂਗੀ। ਪਰ ਉਹਦੇ ਵਾਸਤੇ ਜਿਵੇਂ ਪਿਛਲੇ ਵਾਰੀ ਬੰਬ ਧਮਾਕਾ ਹੋਇਆ ਸੀ, ਐਤਕੀ ਪਿਛਲੇ 3 ਦਿਨਾਂ ਜੋ ਕੁਛ ਹੋਇਆ, ਔਰ ਖਾਸ ਕਰਕੇ ਜਿਹੜੇ ਪੈਸੇ ਵੰਡਣ ਦੇ 10-10 ਹਜ਼ਾਰ ਤੱਕ ਕਹਿੰਦੇ ਨੇ ਵੋਟ ਵੀ ਕੀ ਹੈ, ਪੈਸੇ ਔਰ ਨਸ਼ੇ ਸ਼ਰੇਆਮ। ਤੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ 17 ਕੌਂਸਟੀਚੁਐਂਸੀ 'ਚ ਤਾਂ ਪੈਸੇ ਵੰਡੇ ਜਾਣਾ, ਉਹਨਾਂ ਨੇ ਆਪ ਵੀ ਸਵੀਕਾਰ ਕਰੀ। ਇਹ ਬਹੁਤ ਵੱਡੀ ਗੱਲ ਹੈ। 6ਵਾਂ ਹਿੱਸਾ ਕਰੀਬ ਹੋ ਗਿਆ, 7ਵਾਂ ਹਿੱਸਾ ਕਹਿ ਲਓ। ਤੋ ਜੇ 7ਵਾਂ ਹਿੱਸਾ ਕੌਂਸਟੀਚੁਐਂਸੀਆਂ ਉਹ ਨੇ ਜਿੱਥੇ ਪੈਸੇ ਵੰਡੇ ਜਾ ਰਹੇ ਨੇ, ਤੇ ਜਿੱਥੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਜਿੱਥੇ ਹੋਰ ਜਗ੍ਹਾ ਤੇ ਵੰਡੇ ਜਾ ਰਹੇ ਨੇ, ਉਹਦਾ ਤਾਂ ਹਿਸਾਬ ਕੋਈ ਹੋ ਨਹੀਂ ਸਕਦਾ, ਫਿਰ ਬਹੁਤ ਜ਼ਿਆਦਾ ਹੋਊਗਾ। ਸੋ ਇਹ ਆਪਣੇ ਆਪ 'ਚ ਐਨਰਜੀ ਹੈ। ਹੁਣ ਕੀ ਹੈ ਵੀ ਇੱਕ ਹੰਗ ਅਸੈਂਬਲੀ ਦੀ ਸੰਭਾਵਨਾ ਹੈ। ਕਈ ਕਹਿੰਦੇ ਨੇ ਵੀ ਨਹੀਂ, ਅਜੇ ਵੀ ਆਪ ਜਿੱਤ ਜੇਗੀ, ਪਰ ਮੈਨੂੰ ਐਂ ਲੱਗਦਾ ਵੀ ਆਪ ਨੰਬਰ 1 ਤੇ ਰਹੇਗੀ। ਪਰ ਜੋ ਕੈਲਕੂਲੇਸ਼ਨਾਂ ਨੇ ਸਾਰੀਆਂ, ਤੇ ਜਿਹੜਾ ਅਕਾਲੀ ਦਲ ਦਾ ਇਹ ਕੋਸ਼ਿਸ਼ ਕਹੀ ਜਾ ਰਹੀ ਹੈ ਵੀ ਇਹ ਪਤਾ ਨਹੀਂ ਕਿੰਨਾ ਕੁ ਅੱਗੇ ਨਿਕਲ ਜੂਗਾ। ਉਹਨਾਂ ਨੇ ਪਿਛੇ 15 ਸੀਟਾਂ ਜਿੱਤੀਆਂ ਸੀ, ਔਰ 11 ਸੀਟਾਂ ਉਹਨਾਂ ਨੇ 5000 ਤੋਂ ਘੱਟ ਵੋਟ ਤੇ ਹਾਰੀਆਂ ਸੀ। ਹਾਲਾਂਕਿ ਜਿੱਤਣ ਵਾਲੀਆਂ 'ਚ ਵੀ ਜਿਵੇਂ ਬਟਾਲੇ ਦੀ ਸੀਟ ਜਿੱਤੀ ਸੀ, ਪਰ ਵੋਟ ਤਾਂ 2000 ਤੇ ਜਿੱਤੀ ਸੀ ਉਹ। ਸੋ ਰੋਜੀ ਨੰਗਲ ਨੇ। ਸੋ ਉਹਦੇ ਵਿੱਚ ਇਹ ਹੈ ਵੀ ਹੋਰ ਵੀ ਸੀਟਾਂ ਐਸਾ ਸੀਗੀਆਂ ਵੀ ਜੇ ਆਪਾਂ ਇਹ ਮੰਨ ਲਈਏ ਵੀ 15 ਨੇ 15 ਉਹ ਵੀ ਜਿੱਤ ਜਾਣਗੇ, ਤੇ 11 ਇਹ ਵੀ ਜਿੱਤਾਂ ਵੀ 26 ਹੋ ਜਾਂਦੀਆਂ ਨੇ। ਹੋਰ ਆਪਾਂ ਇਹ 2-4 ਵੀ ਇਹ 30 ਤੋਂ 30-32 ਤੋਂ ਟੱਪ ਹੀ ਨਹੀਂ ਸਕਦੇ ਕਿਸੇ ਵੀ ਹਾਲਤ 'ਚ। ਹਾਲਾਂਕਿ ਇਹ ਸਾਰੇ ਫੈਕਟਰ ਇਹ ਬਿਲਕੁਲ ਹੀ ਕਿਆਸ ਰਾਈ ਆ ਵੀ ਇੰਨੀਆਂ ਸੀਟਾਂ ਇਹ ਲੈ ਲੈਣ, ਪਰ ਇਹ ਮੈਕਸੀਮਮ ਹੈ ਵੀ ਜਿਹੜੀ 15,000 ਤੋਂ ਘੱਟ ਤੇ 20 ਸੀਟ ਹਾਰੀ ਹੈ, 10 ਤੋਂ 15,000 ਦੇ ਵਿਚਾਲੇ, ਉਹ ਵੀ ਜੇ ਇਹਨਾਂ ਨੂੰ ਮਿਲ ਗਿਆ, ਆਪਾਂ ਮੰਨ ਲਈਏ ਵੀ ਲੈ ਲੈਣਗੇ ਅੱਧੀਆਂ ਉਹਨਾਂ 'ਚੋਂ। ਸੋ ਇਸ ਕਰਕੇ ਉਹਨਾਂ ਦਾ, ਪਰ ਉਹ ਫਿਰ ਵੀ ਤੀਜੇ ਨੰਬਰ 'ਤੇ ਤਾਂ ਉਹੀ ਆਉਣਗੇ, ਹੋਰ ਕੋਈ ਹੈ ਨਹੀਂ। ਬੀਜੇਪੀ, PLC ਜਾਂ ਉਹ ਸੰਯੁਕਤ ਅਕਾਲੀ ਦਲ ਜਿਹੜਾ ਹੈ ਢੀਂਡਸਾ ਸਾਹਿਬ ਵਾਲਾ, ਉਹ ਨਹੀਂ, ਉਹਦੀ ਕੋਈ ਵੱਡੀ ਹੈ ਨਹੀਂ। ਤੇ ਨਾ ਮਾਨ ਦਲ ਦੀ ਹੈ ਇਹ 2-4 ਸੀਟਾਂ, 1 ਸੀਟ ਮਾਨ ਸਾਹਿਬ ਵਾਲੀ ਆਪਣੀ ਸੀਟ ਉਹਨਾਂ ਦੀ ਅਮਰਗੜ੍ਹ ਦੀ, ਉਹ ਹੋ ਸਕਦਾ। ਉਹਦੇ 'ਚ ਵੀ ਹੋ ਸਕਦਾ ਇਕੱਲੀ ਪਰਫਾਰਮੈਂਸ ਹੀ ਹੋਵੇ ਸੀਟ ਦਾ
ਅਜੇ ਵੀ ਕੋਈ ਵੱਡੀ ਗੱਲ ਨਹੀਂ ਇੱਧਰ ਉੱਧਰ ਹੋ ਜੇ। ਹੁਣ ਜਿਹੜੀ ਕਾਂਗਰਸ ਸੀ ਉਹਦੀ ਇਨ ਫਾਈਟਿੰਗ ਟਿਕਟਾਂ ਤੋਂ ਛੱਡੋ, ਉਦੋਂ ਪਹਿਲਾਂ ਤੋਂ ਹੀ ਇੰਨੀ ਜ਼ਿਆਦਾ ਸੀ। ਇੱਕ ਤਾਂ ਪਰਫਾਰਮੈਂਸ ਜ਼ੀਰੋ ਸੀ, ਫਿਰ ਜਿਹੜਾ ਕੁਛ ਇਹ ਕਹਿੰਦੇ ਸੀ ਅਸੀਂ ਆਹ ਦਿੱਤਾ ਉਹਦੇ 'ਚ ਬਹੁਤ ਕੁਛ ਸਾਹਮਣੇ ਆਇਆ। ਫਿਰ ਜਿਹੜਾ ਚੰਨੇ ਸਾਹਿਬ ਦੇ ਭਾਂਜੇ ਵਾਲਾ ਕੇਸ ਆਇਆ, ਉਹਨੇ ਬਹੁਤ ਵੱਡੀ ਗੱਲ ਜਿਹੜੀ ਇਹਨਾਂ ਦੀ ਕੇਂਦਰੀ ਕਮੇਟੀ ਵੀ ਕਰਦੀ ਰਹੀ। ਫਿਰ ਜਿਹੜੇ ਇਹਨਾਂ ਨੇ ਆਪਦੇ ਪੈਰਲ ਕੈਂਡੀਡੇਟ ਅੱਗੇ ਇਹ ਬੰਦਿਆਂ ਨੂੰ ਹਰਾਉਂਦੇ ਸੀ ਦੂਜਿਆਂ ਨੂੰ ਖੜੇ ਕਰਕੇ, ਐਤਕੀ ਤਾਂ ਇਹਨਾਂ ਨੇ ਆਪਦੇ ਰਿਸ਼ਤੇਦਾਰ ਖੜੇ ਕਰੇ ਨੇ ਪੈਰਲ। ਉਹ ਹਰਾ ਸਕਦੇ ਨੇ, ਨਹੀਂ ਹਰਾ ਸਕਦੇ ਵੱਖਰੀ ਗੱਲ ਹੈ, ਪਰ ਰਿਸ਼ਤੇਦਾਰ ਜਾਂ ਦੂਜੀਆਂ ਪਾਰਟੀਆਂ 'ਚ ਭੇਜਤੇ ਜਾਂ ਪੈਰਲ ਖੜੇ ਕਰਤੇ। ਤੇ ਉਹਦੇ ਨਾਲ ਚੰਨੀ ਸਾਹਿਬ 2 ਜਗ੍ਹਾ ਤੋਂ ਆਪ ਲੜ ਰਹੇ ਨੇ, ਇੱਕ ਜਗ੍ਹਾ ਤੋਂ ਆਪਦੇ ਭਰਾ ਨੂੰ ਖੜਾ ਕਰਤਾ ਕਿ ਉੱਥੇ ਚੋਣ ਦਾ ਪ੍ਰਚਾਰ ਹੀ ਨਹੀਂ ਕਰਨ ਗਏ। ਜੀ ਸੀਐਮ ਆਪਦੀ ਪਾਰਟੀ ਦੇ ਕੈਂਡੀਡੇਟ ਦਾ ਪ੍ਰਚਾਰ ਨਹੀਂ ਕਰਨ ਜਾਂਦਾ ਕਿਉਂਕਿ ਉਹਦਾ ਭਰਾ ਖੜਾ ਹੈ, ਤੇ ਮੈਂ ਅੰਡਰਸਟੂਡ ਵੀ ਉਹ ਭਰਾ ਵੱਲ ਜ਼ਿਆਦਾ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਸੁਖਪਾਲ ਖਹਿਰੇ ਵਾਲੀ ਸੀਟ ਦੇ ਉੱਤੇ ਗੁਰਜੀਤ ਚੀਮੇ ਨੇ ਮਤਲਬ ਇਹ ਕਹਿਤਾ ਵੀ ਮੈਂ ਇਹਨੂੰ ਹਰਾਉਣਾ ਹੈ, ਤੇ ਨਾਲ ਦੂਜਾ ਨਵਤੇਜ ਵਾਲੀ ਸੀਟ, ਉਹ ਚੀਮੇ ਵਾਲੀ ਸੀਟ ਤੇ ਤਾਂ ਉਸਨੇ ਉਹ ਵੀ ਕਰਤਾ, ਆਪਦਾ ਮੁੰਡੇ ਖੜਾ ਕਰਤਾ। ਉਹ ਕਹਿੰਦਾ ਜਿਤਾਉਣਾ ਹੀ ਉਹਨੂੰ, ਉਹ ਕਾਂਗਰਸੀ ਹੋਈ ਆਪਦੇ ਵੱਲੋਂ ਆਪ ਹੀ ਫੈਸਲਾ ਕਰ ਲਿਆ ਉਹਨੇ ਹੈ। ਫਿਰ ਉਹ ਕਹਿੰਦਾ ਮੈਂ ਪ੍ਰਗਟ ਸਿੰਘ ਵਾਲੀ। ਇੱਦਾਂ ਹੀ ਜਿਹੜਾ ਚੰਨੀ ਸਾਹਿਬ ਦੇ ਰਿਸ਼ਤੇ ਮਹਿੰਦਰ ਕੇਪੀ ਨੇ, ਉਹ ਕਹਿੰਦੇ ਵੀ ਮੈਂ ਪ੍ਰਗਟ ਸਿੰਘ ਨੂੰ ਹਰਾਉਣਾ ਹੈ। ਸੋ ਉੱਥੇ ਰਾਜਾ ਵੜਿੰਗ ਨੂੰ ਹਰਾਉਣ ਤੇ ਇਹਨਾਂ ਦਾ ਫਾਈਨੈਂਸ ਮਿਨਿਸਟਰ ਤੁਰਿਆ ਹੋਇਆ ਸੀ। ਸੋ ਇਹਦੇ ਵਿੱਚੋਂ ਸਾਰੇ ਚੋਂ ਭਗਵੰਤ ਮਾਨ ਦੇ ਆਲੇ ਸਾਰਿਆਂ ਨੇ ਇਕੱਠੀ ਕਰੀ ਸੀ। ਜਿੰਨੇ ਬੰਦਿਆਂ ਦਾ ਮਾੜਾ ਮੋਟਾ ਅਕਸ ਮੰਨਿਆ ਜਾਂਦਾ ਸੀ, ਉਹਨਾਂ ਨੂੰ ਇਹ ਲੋਕਾਂ ਦੇ ਮਨਾਂ 'ਚ ਕਿਆਸ ਰਹੀ ਹੈ ਵੀ ਬੀਜੇਪੀ, ਅਕਾਲੀ ਤੇ ਕਾਂਗਰਸੀ ਜਿਹੜੇ ਮਾੜੇ ਮੋਟੇ ਠੀਕ ਬੰਦੇ ਨੇ ਉਹਨਾਂ ਨੂੰ ਹਰਾਉਣ ਤੇ ਤੁਰੇ ਹੋਏ ਨੇ। ਜਦ ਇਹੋ ਜਿਹਾ ਅਕਸ ਬਣ ਜੇ, ਔਰ 5 ਸੀਟਾਂ ਥੋੜ੍ਹੀਆਂ ਨਹੀਂ ਹੈਗੀਆਂ ਜਿਨ੍ਹਾਂ ਦੇ ਉੱਤੇ 5-6 ਸੀਟਾਂ ਤੇ ਜਿੱਥੇ ਇਹ ਜਿਹਾ ਅਕਸ ਬਣ ਗਿਆ, ਤਾਂ ਫਿਰ ਕਾਫੀ ਲੋਕਾਂ ਦੇ ਮਨ ਦੇ ਵਿੱਚ ਪ੍ਰਭਾਵ ਹੁੰਦਾ ਹੈ। ਉਹਦੇ ਵਿੱਚੋਂ ਕਿਸੇ ਨੂੰ ਗੇਨ ਹੋਵੇ ਲਾਸ ਹੋਵੇ, ਉਹਦੇ 'ਚ ਕਾਂਗਰਸ ਦਾ ਲਾਸ ਹੋਇਆ। ਹੁਣ ਫਿਰ ਉਹਨਾਂ ਦੇ ਜਿਹੜੇ ਇੱਕ ਤਾਂ ਚੋਣਾਂ ਤੋਂ ਪਹਿਲਾਂ ਜੋ ਹੋ ਗਿਆ ਡਿੰਪੇ ਵਾਲਾ ਮਾਮਲਾ, ਤੇ ਹੋਰ ਹੁਣ ਜੋ ਆਜਲੇ ਨੇ ਕਹਿਤਾ ਹਾਂਜੀ, ਤੇ ਵੀ ਇਹ ਜੋ ਹੁਣ ਜਾਖੜ ਸਾਹਿਬ ਦੇ ਪਹਿਲਾਂ ਬਿਆਨ ਕਿ ਮੈਂ ਹਿੰਦੂ ਸੀ ਮੈਨੂੰ ਤਾਂ ਨਹੀਂ ਹੋਣ ਦਿੱਤੀ, ਹੁਣ ਉਹਨਾਂ ਨੇ ਦੂਜੇ ਬਿਆਨ ਦੇ ਤੇ ਦਾਗਣੇ ਸ਼ੁਰੂ ਕਰਤੇ। ਤੇ ਇਹ ਸਾਰਾ ਕੁਛ ਆਪਦੇ ਵੱਲੋਂ ਹੁਣ ਵੀ ਕਿਸਾਨਾਂ ਦਾ ਐ ਹੋਊਗਾ ਜੀ, ਕਿਸਾਨਾਂ ਦਾ ਕੁਛ ਹੋਵੇ ਨਾ ਹੋਵੇ, ਉਹ ਕਹਿੰਦੇ ਵੀ ਚਾਹੇ ਸਾਰਾ ਪਿੰਡ ਭਾਈ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਦੀ। ਹੁਣ ਜਾਖੜ ਸਾਹਿਬ ਤਾਂ ਆਪਦੀ ਨੰਬਰਦਾਰੀ ਭੁੱਲ ਜਾਣ। 4.5 ਸਾਲ ਉਹ ਪ੍ਰੈਜ਼ੀਡੈਂਟ ਰਹੇ ਨੇ, ਕੁਛ ਕਰ ਲੈਂਦੇ ਉਦੋਂ, ਜੇ ਕੁਛ ਕਰਨਾ ਸੀ ਆਰਗੇਨਾਈਜੇਸ਼ਨ ਦਾ ਤਕੜਾ ਕਰ ਲੈਂਦੇ ਕਾਂਗਰਸ ਪਾਰਟੀ ਨੂੰ, ਉਹਨਾਂ ਨੂੰ ਤਾਂ ਮੌਕਾ ਮਿਲਿਆ ਹੋਇਆ ਸੀ ਨਾ, ਸੋਬਰ ਵੀ ਮੰਨੇ ਜਾਂਦੇ ਸੀ, ਸਭ ਕੁਝ ਸੀਗਾ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਕਾਂਗਰਸ ਪਾਰਟੀ ਨੇ ਜਿਹੜਾ ਉਹਦੇ ਪੈਰ ਥੱਲੇ ਬਟੇਰਾ ਆ ਰਿਹਾ ਸੀ, ਉਹ ਜਿੱਤ ਜਾਣੀ ਸੀ ਉਹਨੇ ਆਪ ਹੀ ਆਪਦੇ ਉਹਨਾਂ ਨਾਲ ਕਰ ਲਈ। ਉਹਦੇ 'ਚ ਹੁਣ ਉਹਨਾਂ ਨੇ ਠੀਕਰਾ ਕਿਸੇ ਜਿਵੇਂ ਭਰਨਾ, ਉਹ ਠੀਕਰਾ ਕਿਉਂਕਿ ਸਾਰੇ ਜਿਹੜੇ ਨੇ ਮਾਫੀਆ ਨੂੰ ਤਾਂ ਸਪੋਰਟ ਕਰਦੇ ਨੇ, ਮਾਫੀਆ ਦੇ ਅਗੇਂਸਟ ਇਹਨਾਂ 'ਚ ਕਿਸੇ 'ਚ ਘਿਰਨਾ ਨਹੀਂ, ਤੇ ਜਿਹੜੇ 4-5 ਬੰਦਿਆਂ 'ਚ ਮਾਫੀਆ ਦੇ ਅਗੇਂਸਟ ਘਿਰਨਾ ਹੈ, ਉਹਨਾਂ 'ਚੋਂ ਕਿਸੇ ਹੋਰ ਦੇ ਇਕੱਲੇ ਦੇ ਅਗੇਂਸਟ ਤਾਂ ਭੰਨਣਗੇ ਬਾਅਦ 'ਚ, ਪਰ ਪਹਿਲਾਂ ਸਭ ਤੋਂ ਵੱਡਾ ਇਹ ਹੁੰਦਾ ਹੈ ਵੀ ਨਵਜੋਤ ਸਿੱਧੂ ਦੇ ਸਿਰ ਭੰਨਣਗੇ ਵੀ ਉਹ ਤਾਂ ਜੀ ਐਂ ਬੋਲਦਾ ਸੀ। ਜਦ ਕਿ ਜੇ ਇਹਨਾਂ ਨੂੰ ਵੋਟ ਕਾਂਗਰਸ ਨੂੰ ਅਜੇ ਵੀ ਕੁਝ ਪੈਣੀ ਹੈ, ਉਹ ਪੈਣੀ ਇਸੇ ਕਰਕੇ ਵੀ ਨਵਜੋਤ ਸਿੱਧੂ ਛੱਡ ਕੇ ਨਹੀਂ ਗਿਆ। ਜੇ 4-5 ਛੱਡ ਜਾਂਦੇ ਤਾਂ ਕਾਂਗਰਸ ਦਾ ਹਾਲ ਬੁਰਾ ਹੋਣਾ ਸੀ ਅਕਾਲੀਆਂ ਨਾਲੋਂ ਵੀ। ਉਹ ਵਿੱਚ ਰਹੇ ਨੇ, ਉਹ ਤਾਂ ਇਹਨਾਂ ਨੇ ਗਿਣਨਾ ਨਹੀਂ, ਕਿਉਂਕਿ ਇਹਨਾਂ ਤਾਂ ਹਰੇਕ ਨੂੰ, ਅਗਲੀ ਗੱਲ ਇਹਨਾਂ ਨੇ ਇਹ ਵੀ ਨਹੀਂ ਮੰਨਣਾ, ਹੁਣ ਕਦੇ ਮੰਨਣਗੇ? ਹਰੇਕ ਨੇ, ਜਿੰਨੀਆਂ ਮੈਂ ਇੰਟਰਵਿਊ ਸੁਣਿਆ, ਹਰੇਕ ਆਪਦੀ ਸੀਟ ਲੜ ਰਿਹਾ ਸੀ। ਜੇ ਕਾਂਗਰਸ ਪਾਰਟੀ ਚੋਣ ਲੜ ਹੀ ਨਹੀਂ ਰਹੀ ਤੇ ਹਰੇਕ ਬੰਦਾ ਆਪਦੀ ਸੀਟ ਲੜ ਰਿਹਾ, ਫਿਰ ਤੁਸੀਂ ਉਹਦੇ ਚੋਂ ਕੀ ਉਮੀਦ ਕਰੋਗੇ ਵੀ ਕੀ ਹੋਊਗਾ? ਸੋ ਇਸ ਕਰਕੇ ਲੋਕ ਜਿਹੜੀ ਗੱਲ ਇਹ ਕਹਿ ਕੇ ਆਈ ਸੀ ਕਾਂਗਰਸ ਪਾਰਟੀ ਵੀ ਅਸੀਂ ਮਾਫੀਆ ਦੇ ਅਗੇਂਸਟ ਆ, ਉਹ ਮਾਫੀਆ ਤਾਂ ਮਤਲਬ ਸਾਹਮਣੇ ਜ਼ਾਹਰ ਕਰਤਾ ਵੀ ਇਸ ਤਾਂ ਮਾਫੀਆ ਦੇ ਨਾਲ ਆ, ਇਹਨਾਂ ਦੀ ਕੇਂਦਰੀ ਕਮੇਟੀ ਨੇ ਕਰਤਾ। ਸੋ ਲੋਕਾਂ ਨੇ ਵੋਟ ਵਾਟ ਦਿੱਤਾ। ਇਹ ਹੈ ਹੁਣ ਹੋ ਗਿਆ ਵੀ ਸਰਕਾਰ ਕਿਵੇਂ ਬਣੂਗੀ। ਚਲੋ ਕਰੋ ਤੁਸੀਂ ਸਵਾਲ, ਕੋਈ ਨਹੀਂ। ਤੁਸੀਂ ਆਪਣੀ ਗੱਲ ਜਾਰੀ ਰੱਖੋ, ਤੁਸੀਂ ਵੀ ਅਹਿਮ ਪੁਆਇੰਟ ਤੇ ਆ ਗਏ, ਮੈਂ ਫਿਰ ਕਰਦਾ ਸਵਾਲ। ਤੇ ਵੀ ਸਰਕਾਰ ਕਿਹਦੀ ਬਣੂਗੀ? ਸਰਕਾਰ ਦੇ ਵਿੱਚ ਇਹ ਹੈ ਵੀ ਆਪ ਜਿਹੜੀ ਤੇ ਕਾਂਗਰਸ ਹੈ, ਇਹਨਾਂ ਦੀ ਈਗੋ ਇੰਨੀ ਰਹਿਣੀ ਹੈ, ਇਹ ਕੈਲਕੂਲੇਟਿਵ ਬਹੁਤ ਘੱਟ ਨੇ, ਕੰਪਰੋਮਾਈਜ਼ਿੰਗ ਵੀ ਬਹੁਤ ਘੱਟ ਨੇ, ਹਿੰਡੀ ਬਹੁਤ ਨੇ। ਜਿਹੜੀ ਕਾਂਗਰਸ ਆਪਦੇ ਅੰਦਰ ਨਹੀਂ ਸਮਝੌਤਾ ਕਰ ਸਕੀ, ਬਾਹਰ ਲੈਣੇ ਕਿਵੇਂ ਕਰ ਲੂਗੀ? ਆਪਦੀ ਤਾਂ ਸਰਕਾਰ ਕਾਂਗਰਸ ਦੀ ਬਣਨੀ ਨਹੀਂ, ਬਾਹਰ ਲੈਣ ਉਹਨੂੰ ਸਮਝੌਤਾ ਨਹੀਂ ਕਰਨਾ, ਠੀਕ ਹੈ। ਫਿਰ ਕਾਂਗਰਸ ਕੀ ਕਰੂਗੀ? ਜਦ ਤੱਕ ਕਾਂਗਰਸ ਖਰੀਦਣ ਦੀ ਕੋਸ਼ਿਸ਼ ਕਰੂਗੀ ਐਮਐਲਏ, ਕਾਂਗਰਸ ਕੋਲ ਇੰਨਾ ਪੈਸਾ ਹੀ ਨਹੀਂ ਜਿੰਨਾ ਖਰੀਦ ਲਏ। ਹੁਣ ਆ ਰਹਿ ਗਿਆ ਅਕਾਲੀ ਦਲ ਤੇ ਆਪਣਾ ਬੀਜੇਪੀ ਦਾ ਇਹ ਕਹਿਣਾ ਕਿ ਹੁਣ ਮੀਟਿੰਗ ਹੋਈ ਆ, ਹੁਣ ਤਾਂ ਸਿਰਫ ਆਇਰਨ ਆਊਟ ਕਰਨ ਵਾਸਤੇ ਮੀਟਿੰਗ ਆਇਆ। ਇਹਨਾਂ ਤਾਂ ਪਹਿਲਾਂ ਹੀ ਲੋਕਾਂ ਨੇ ਐਲੀਗੇਸ਼ਨ ਲਾਏ ਹੋਏ ਨੇ, ਔਰ ਸੱਚ ਨੇ ਕੁਛ ਹੱਦ ਤੱਕ। ਇਹ ਚੋਣਾਂ ਤੋਂ ਪਹਿਲਾਂ ਕਾਫੀ ਹੱਦ ਤੱਕ ਹੋ ਚੁੱਕਿਆ ਸੀ ਵੀ ਠੀਕ ਹੈ ਲੜ ਲਓ, ਵੱਖਰਾ, ਕੋਈ ਨਹੀਂ, ਆਪਾਂ ਰਲ ਜਾਣਾ। ਉਹ ਰਲ ਜਾਣਾ ਇਹਨਾਂ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਤੇ ਉਹਦੇ ਵਿੱਚ ਇਹ ਵੀ ਹੈ ਵੀ ਜਿਹੜਾ
ਬੀਜੇਪੀ ਹੈ ਉਹਨੂੰ ਜਿਹੜਾ ਮਰਜ਼ੀ ਮਿਲ ਜੇ ਉਹਨੂੰ ਕੋਈ ਇਤਰਾਜ਼ ਨਹੀਂ। ਆਪਾਂ ਕੈਂਡੀਡੇਟ ਲੈਣ ਵੇਲੇ ਵੀ ਦੇਖਿਆ ਜਦ ਪਹਿਲੀ ਲਿਸਟ ਚੋਂ 35 ਚੋਂ 21 ਤਾਂ ਇਹਨਾਂ ਨੇ ਬਾਹਰੋਂ ਆਏ ਖੜੇ ਕਰੇ ਨੇ, ਜਿਹਾ ਮਰਜ਼ੀ ਉਹਨਾਂ ਦਾ ਪਾਸਟ ਹੋਵੇ। ਸੋ ਇਸ ਕਰਕੇ ਬੀਜੇਪੀ ਨੂੰ ਬੰਦੇ ਲੈਣ 'ਚ ਕੋਈ ਇਤਰਾਜ਼ ਨਹੀਂ। ਅਕਾਲੀਆਂ ਕੋਲ ਵੀ ਪੈਸਾ ਪੂਸਾ ਬਥੇਰਾ ਹੈ ਤੇ ਬੀਜੇਪੀ ਕੋਲ ਵੀ ਬਥੇਰਾ ਹੈ। ਇਸ ਕਰਕੇ ਉਹਨਾਂ ਦੀ ਤਾਂ ਰਲ ਕੇ ਵੀ ਮੈਜੋਰਟੀ ਨਹੀਂ ਬਣਨੀ ਕਿਸੇ ਵੀ ਹਾਲਤ 'ਚ। ਪਰ ਉਹਨਾਂ ਨੂੰ ਐਂ ਪਤਾ ਵੀ ਅਸੀਂ ਦੂਜੀਆਂ ਪਾਰਟੀਆਂ ਦੇ ਬੰਦੇ ਲੈ ਲਾਂਗੇ। ਉਹ ਕਾਂਗਰਸ 'ਚੋਂ ਵੀ ਟੁੱਟਣ ਨੂੰ ਤਿਆਰ ਰਹਿਣਗੇ, ਉਹ ਆਪ 'ਚੋਂ ਵੀ ਟੁੱਟਣ ਨੂੰ ਤਿਆਰ ਰਹਿਣਗੇ, ਕਿਉਂਕਿ ਇਹਨਾਂ ਪਾਰਟੀਆਂ ਦਾ ਜਿਹੜਾ ਕੋਈ ਵੰਨ ਸੁਵੰਨ ਨਹੀਂ ਹੈ। ਆਪਾਂ ਕਾਂਗਰਸ ਦੀ ਪੂਰੀ ਹਿਸਟਰੀ ਜਾਣਦੇ ਹਾਂ, ਆਪਾਂ ਆਪ ਦੀ ਹਿਸਟਰੀ ਜਾਣਦੇ ਹਾਂ ਵੀ ਕਿਵੇਂ ਲੋਕ ਟੁੱਟ ਟੁੱਟ ਕੇ ਗਏ ਨੇ। ਸੋ ਉਹ ਕੋਈ ਅਤਕਥਨੀ ਨਹੀਂ, ਕੋਈ ਕਹੇ ਨਹੀਂ ਜੀ ਤੁਸੀਂ ਸਾਨੂੰ ਪਹਿਲਾਂ ਹੀ ਕਹੀ ਜਾਂਦੇ ਹੋ, ਐਂ ਕਿਵੇਂ ਹੋ ਸਕਦਾ ਹੈ। ਉਹ ਭਾਈ ਅਸੀਂ ਪਹਿਲਾਂ ਕਾਹਦਾ ਕਹਿੰਦੇ ਆ, ਇਹ ਤਾਂ ਜਿਹੜਾ ਤੁਸੀਂ ਜੋ ਕੁਛ ਤੁਹਾਡਾ ਵਿਹਾਰ ਹੈ, ਜਿਹੜਾ ਵਿਹਾਰ ਤੁਹਾਡਾ ਪਿਛਲੀ 17 ਦੀ ਅਸੈਂਬਲੀ ਤੋਂ ਬਾਅਦ ਦੇਖਿਆ, ਜਿਹੜਾ ਵਿਹਾਰ ਤੁਹਾਡਾ ਹੁਣ ਟਿਕਟਾਂ ਵੰਡਣ ਵੇਲੇ ਦੇਖਿਆ, ਜਿਹੜਾ ਵਿਹਾਰ ਤੁਹਾਡਾ ਟਿਕਟਾਂ ਮਿਲਣ ਤੋਂ ਬਾਅਦ ਦੇਖਿਆ, ਉਹ ਆਪਣੇ ਆਪ ਹੀ ਦੱਸਦਾ। ਉਹਦੇ 'ਚ ਕੋਈ ਕਿਸੇ ਨੇ ਕੀ ਕਰਨਾ, ਉਹ ਤਾਂ ਤੁਸੀਂ ਆਪ ਹੀ ਕਰਦੇ ਹੋ। ਉਹ ਜਿਹੜਾ ਬੱਚੇ ਦਾ ਪੇਪਰ ਗਲਤ ਹੋਵੇ, ਜੇ ਉਹ ਮੂੰਹ ਦੋਸ਼ ਲਾਉਣ ਸ਼ੁਰੂ ਕਰਦੇ, ਲੋ ਜੀ ਮੈਨੂੰ ਤਾਂ ਮੂੰਹ ਹੀ ਕਹੀ ਜਾਂਦੇ ਫੇਲ ਹੋਊਗਾ, ਉਹ ਜਦ ਤੂੰ ਪੇਪਰ ਕਰੀ ਨਹੀਂ ਤੇ ਫਿਰ ਤਾਂ ਹੋਣਾ ਹੀ ਹੈ। ਸੋ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ, ਇਹਨਾਂ ਦੇ ਬੰਦੇ ਟੁੱਟਣਗੇ, ਇਹ ਇਹਨਾਂ ਦਾ ਇਤਿਹਾਸ ਦੱਸਦਾ ਹੈ। ਇਹ ਕੋਈ ਇੱਕ ਚੀਜ਼ ਨਹੀਂ ਹੈ ਵੀ ਇੱਕ ਤੋਂ ਆਪਾਂ ਘਟਨਾ ਕਰਨ ਤੋਂ ਕਹਿਣਾ। 4 MP ਸੀਗੇ, ਆਪਾਂ ਨੂੰ ਪਤਾ ਹੈ, ਇੱਕ ਘਰੀ ਬੈਠਾ ਰਿਹਾ, ਇੱਕ MP ਜਿਹੜਾ ਸੀ ਉਹ BJP 'ਚ ਜਾ ਰਲਿਆ ਸੀ ਮੁੜ ਕੇ, ਤੇ ਇੱਕ MP ਜਿਹੜਾ ਸੀ ਉਹਦਾ ਇਹਨਾਂ ਨਾਲ ਬਣੀ ਹੋਈ ਨਹੀਂ ਰਿਹਾ ਪਾਰਟੀ 'ਚ, ਤੇ ਬੋਲਦਾ ਇਹਨਾਂ ਦੇ ਉਲਟੀ ਰਿਹਾ। 4 ਚੋਂ ਇੱਕੋ ਹੀ ਸੀਗਾ ਜਿਹੜਾ ਲੜਦਾ ਰਿਹਾ ਇੱਦਾਂ ਹੀ। ਫਿਰ MLA 20 MLA ਸੀਗੇ, 20 ਚੋਂ ਟੁੱਟ ਕੇ 10 ਟੁੱਟ ਗਏ। ਕੁਛ ਤਾਂ ਕਾਂਗਰਸ 'ਚ ਜਾ ਰਲੇ ਤੇ ਸੀਟ ਵੀ ਨਹੀਂ ਛੱਡੀ ਕਈਆਂ ਨੇ ਤਾਂ, ਤੇ ਕੁਛ ਜਿਹੜੇ ਸੀਗੇ BJP ਜਾ ਰਲੇ। ਹੁਣ ਜਿਹੜੇ ਫੁਲਕਾ ਸਾਹਿਬ ਨੇ, ਉਹਨੂੰ ਕੋਈ ਕਹੇ ਨਾ ਕਹੇ, ਪ੍ਰੈਕਟੀਕਲ ਤਾਂ BJP ਦੇ ਨਾਲ ਹੀ ਨੇ, ਤੇ ਕਹਿੰਦੇ ਵੀ ਮੈਂ ਤਾਂ SGPC ਨੂੰ ਹਰਾਉਣਾ ਹੈ। ਇਹ ਤਾਂ ਉਹਨਾਂ ਨੇ ਇਹ ਦੱਸਿਆ, ਪਰ ਹੈ ਤਾਂ ਉਹ ਇਸ ਤਰ੍ਹਾਂ ਹੀ। ਸੋ ਇਸ ਕਰਕੇ ਇਹ ਮੰਨਣਾ ਕਿਸੇ ਦਾ, ਇਹ ਕਹਿਣਾ ਵੀ ਨਹੀਂ ਜੀ ਜਦ ਹੁਣ 20 ਦੇ ਵਿੱਚੋਂ ਜਦ ਟੁੱਟੇ ਨੇ, ਉਦੋਂ ਤਾਂ ਇਹਨਾਂ ਕੋਲ LOP ਹੈਗੀ ਸੀ ਨਾ, ਸਮਾਂ LOP ਤਾਂ ਵਾਪਸ ਜਾਊਗੀ ਜੇ ਟੁੱਟਦੇ ਨੇ। ਜੇ ਉਦੋਂ ਨਹੀਂ, ਅਰ ਦੂਜਿਆਂ ਨੂੰ ਲੋੜ ਕੋਈ ਨਹੀਂ ਸੀ। ਅਕਾਲੀਆਂ ਦੀ ਸਰਕਾਰ ਨਹੀਂ ਬਣ ਸਕਦੀ ਸੀ ਟੁੱਟਣ ਨਾਲ, ਕਾਂਗਰਸੀਆਂ ਨੂੰ ਲੋੜ ਹੀ ਕੋਈ ਨਹੀਂ ਸੀ, ਉਹਨਾਂ ਕੋਲ ਗਿਣਤੀ ਹੋਈ ਇੰਨੀ ਸੀ, ਉਹਨਾਂ ਦੇ ਟੁੱਟ ਵੀ ਜਾਣ ਤਾਂ ਨਹੀਂ ਹੋਣਾ ਸੀ ਕੁਛ। ਸੋ ਜੇ ਫਿਰ ਵੀ ਟੁੱਟੇ ਨੇ, ਇਹਦਾ ਮਤਲਬ ਤਾਂ ਬਿਨਾਂ ਮਤਲਬ ਦੇ ਵੀ ਟੁੱਟ ਸਕਦੇ ਨੇ, ਹੁਣ ਕਿਉਂ ਨਹੀਂ ਟੁੱਟਣਗੇ। ਸੋ ਇਹ ਮੈਂ ਤਾਂ ਕਹਿ ਰਿਹਾ, ਔਰ ਚੰਗੇ ਪੜ੍ਹੇ ਲਿਖੇ ਵੀ ਟੁੱਟੇ ਨੇ, ਜਿਹੜੇ ਆਪਦੇ ਆਪ ਨੂੰ ਕਹਿੰਦੇ ਸੀ ਅਸੀਂ, ਕਈ ਟੁੱਟ ਕੇ ਵਾਪਸ ਵੀ ਆਏ ਨੇ। ਬਿਲਕੁਲ। ਸੋ ਜਿਹੜਾ ਇਹ ਸਮਝਣਾ ਆ ਵੀ ਹੁਣ ਮੇਰੀ ਅੰਡਰਸਟੈਂਡਿੰਗ ਇਹ ਬਣਦੀ ਹੈ ਵੀ BJP ਆਪਦੇ ਪੂਰੇ ਘੋੜੇ ਦਲਾਏਗੀ। ਜੇ ਤਾਂ ਉਹਦੀ ਬਾਹ ਹੀ ਨਾ ਚੱਲੀ, ਜਿਵੇਂ ਵੀ ਫਰਜ਼ ਕਰੋ, ਹਾਲਾਂਕਿ ਮੈਨੂੰ ਯਕੀਨ ਨਹੀਂ ਹੈ ਵੀ ਆਪ ਜਾਂ ਕਾਂਗਰਸ 1-2 ਸੀਟਾਂ ਤੇ ਥੱਲੇ ਰਹਿ ਜੇ, ਸ਼ਾਇਦ ਕੋਈ ਗੱਲ ਬਣ ਜੇ ਤੇ ਉਹ ਦੂਜੇ ਵਾਲੇ ਆ ਜਾਣ, ਇੰਡੀਪੈਂਡੈਂਟ ਟਾਈਪ ਦੇ ਜਿਹੜੇ ਨੇ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਹਾਲਤ, ਕਿਉਂਕਿ BJP ਨੇ ਪਹਿਲਾਂ ਮੱਧ ਪ੍ਰਦੇਸ਼ ਸਰਕਾਰ ਇੱਦਾਂ ਹੀ ਤੋੜ ਕੇ ਬਣਾਈ ਹੈ, ਕਰਨਾਟਕਾ 'ਚ ਬਣਾਈ ਹੈ, ਗੋਆ, ਮਣੀਪੁਰ, ਜਿੱਥੇ ਵੀ ਬਣੀ ਹੈ ਉੱਥੇ ਤਾਂ ਇਹਨਾਂ ਦਾ ਜਮਾਂ ਹੀ ਕਾਂਗਰਸ ਨੇ ਗਿਣਤੀ ਜ਼ਿਆਦਾ। ਇੱਥੇ ਚੰਡੀਗੜ੍ਹ 'ਚ ਜਿਹੜਾ ਮੇਅਰ ਬਣਾਇਆ ਹੈ, ਉਹ ਕਿਵੇਂ ਬਣਾਇਆ ਹੈ, ਗਿਣਤੀ ਤਾਂ ਆਪ ਵਾਲਿਆਂ ਦੀ ਜ਼ਿਆਦਾ ਸੀ। ਸੋ ਇਸ ਕਰਕੇ BJP ਨੂੰ ਕੋਈ ਨਾ ਤੋੜ ਭੰਨ 'ਚ ਕੋਈ ਸ਼ਰਮ ਹੈ, ਸੰਗ ਹੈ, ਤੇ ਨਾ ਉਹਨਾਂ ਨੂੰ ਪੈਸੇ ਦੇਣ 'ਚ ਜਾਂ ਹੋਰ ਧੱਕਾ ਕਰਨ 'ਚ, ED ਦਾ ਉਹ ਰੋਹ ਦੇਣ 'ਚ, ਧਰਮ ਦਾ ਕਾਰਡ ਵਰਤਣ 'ਚ, ਹਰ ਤਰੀਕੇ 'ਚ ਉਹਨਾਂ ਨੂੰ ਕੋਈ ਉਹਨਾਂ ਦੇ ਉੱਤੇ ਬੰਨ ਸੁਭ ਨਹੀਂ ਅੱਗੇ ਹੁੰਦਾ ਵੀ ਜਾਂ ਤਾਂ ਲੋਕ ਲਾਜ ਹੈ, ਜਾਂ ਬੰਦਾ ਰੱਬ ਤੋਂ ਡਰਦਾ ਹੈ, ਤੇ ਜਾਂ ਬੰਦਾ ਆਪਦੀ ਆਤਮਾ ਤੋਂ ਡਰਦਾ ਹੈ। BJP ਨੂੰ ਤਾਂ ਨਾ ਤਾਂ ਆਤਮਾ ਤੋਂ ਕੋਈ ਡਰ ਹੈ, ਕਿਉਂਕਿ ਜਿਹੜੇ ਬੰਦੇ ਸਿੱਖਾਂ ਦਾ ਘਾਣ ਕਰ ਸਕਦੇ ਨੇ, ਜਿਹੜੇ ਮੁਸਲਮਾਨਾਂ ਦਾ ਘਾਣ ਕਰ ਸਕਦੇ ਨੇ, ਜਿਹੜੇ ਰੋਜ਼ ਹੀ ਗਊ ਨੂੰ ਬਚਾਉਣ ਵਾਸਤੇ ਬੰਦਿਆਂ ਨੂੰ ਮਾਰ ਸਕਦੇ ਨੇ, ਜਿਹੜੇ ਕਿਸੇ ਦੇ ਕੁੜੀ ਦਾ ਰੇਪ ਕਰਨ ਵਾਲਾ ਸਾੜ ਕੇ ਉਦੋਂ ਬਾਅਦ ਰੇਪਿਸਟ ਦੇ ਗੱਲ 'ਚ ਹਾਰ ਪਾ ਸਕਦੇ ਨੇ, ਉਹਨਾਂ ਤੁਸੀਂ ਜਿਹੜੀ ਆਤਮਾ ਦੀ ਤਾਂ ਗੱਲ ਮੰਨ ਨਹੀਂ ਸਕਦੇ ਵੀ ਉਹਨਾਂ ਕੋਲ ਕੋਈ ਆਤਮਾ ਦਾ ਨਾਂ ਦੀ ਚੀਜ਼ ਰਹੇਗੀ। ਜਿਹੜਾ ਉਹਨਾਂ ਦਾ ਹੈਗਾ ਵੀ ਲੋਕ ਲਾਜ, ਲੋਕ ਲਾਜ ਤਾਂ ਉਹਨਾਂ ਨੇ ਕਦੇ ਮੰਨੀ ਹੋਈ ਨਹੀਂ, ਆਪਾਂ ਸਾਹਮਣੇ ਦੇਖੀ ਹੈ। ਉਹ ਕਿਸਾਨ ਅੰਦੋਲਨ ਜਿੱਦਾਂ ਦੇ ਪੰਗੇ ਲੈਂਦੇ ਸੀ, ਹੋਰ ਜਿਹੜਾ ਸ਼ਹੀਨ ਬਾਗ 'ਚ ਲਿਆ, ਜਿਹੜਾ UP 'ਚ ਲਿਆ, ਲੋਕ ਲਾਜ ਦਾ ਤਾਂ ਕੋਈ ਸਵਾਲ ਨਹੀਂ ਉਹਨਾਂ ਨੂੰ। ਆਹ ਜਿਹੜੇ ਬੰਦੇ ਲੈਣੇ ਵੀ ਜਿਹੜਾ ਮਰਜ਼ੀ ਆ ਜੇ। ਇਦੋਂ ਅੱਗੇ ਰਹਿ ਗਿਆ ਰੱਬ ਦਾ ਡਰ। ਰੱਬ ਦਾ ਡਰ ਜੇ ਹੁੰਦਾ ਤਾਂ ਇੰਨੇ ਪਾਪ ਥੋੜ੍ਹੇ ਕਮਾਏ ਜਾਣੇ ਸੀ ਜੋ ਕੁਛ ਹੁਣ ਹੋਏ ਨੇ। ਜੋ ਮੁਲਕ ਦੇ ਵਿੱਚ ਹੋਇਆ ਪਾਪ ਕਰਮ ਐਡਾ ਵੱਡਾ ਵੀ ਸਭ ਕੁਛ ਵੇਚਤਾ, ਸਭ ਕੁਛ ਹੋਰ ਕਰਤਾ, ਤੇ ਉਹ ਨਹੀਂ ਹੋਣਾ ਸੀ ਜੇ ਰੱਬ ਦਾ ਡਰ ਵੀ ਹੁੰਦਾ ਵੀ ਨਹੀਂ ਯਾਰ ਰੱਬ ਨੂੰ ਜਾਣਦੇ ਨਹੀਂ ਕੀ ਕਰਾਂਗੇ। ਸੋ ਜਦ ਸ਼ਰਮ ਕੋਈ ਹਿਆ ਨਾ ਰਹੇ, ਕੋਈ ਡਰ ਨਾ ਰਹੇ, ਉਦੋਂ ਮੈਨੂੰ ਲੱਗਦਾ ਹੈ ਵੀ ਬੰਦੇ ਨੂੰ ਵੀ ਠੀਕ ਹੈ ਜੀ ਹੁਣ ਆਪਾਂ ਤਾਂ ਸਿਆਸਤ, ਮਤਲਬ ਜਦ ਉਹਨਾਂ ਦੇ ਉੱਤੇ ਭਾਰੂ ਹੋ ਗਈ ਤਾਕਤ, ਸਿਆਸਤ ਵੀ ਨਹੀਂ ਮੈਂ ਕਹਾਂਗਾ, ਸਿਆਸਤ ਬਹੁਤ ਪਵਿੱਤਰ ਗੇਮ ਹੈ, ਜਦ ਤਾਕਤ ਦਾ ਭੂਤ ਸਵਾਰ ਹੋ ਜੇ ਨਾ ਉਦੋਂ ਫਿਰ ਆਪਣਾ ਪਰਾਇਆ ਨਹੀਂ ਦਿਖਦਾ। ਉਹ ਮੈਨੂੰ ਲੱਗਦਾ ਵੀ BJP ਔਰ ਅਕਾਲੀ ਦਲ ਦੇ ਉੱਤੇ ਭੂਤ ਹੈਗਾ। ਜੀ ਬਿਲਕੁਲ। ਡਾਕਟਰ ਸਾਹਿਬ ਤੁਸੀਂ ਵਿੱਚ ਗੱਲ ਕੀਤੀ ਸੀ ਕਿ ਗੁਰਜੀਤ ਔਜਲਾ MP ਨੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਬੀਤੇ ਵਿੱਚੋਂ
ਬਿਆਨ ਪਹਿਲਾਂ ਤਾਂ ਆਇਆ ਕਿ ਨਵਜੋਤ ਸਿੱਧੂ ਦੀ ਬੋਲਬਾਣੀ ਠੀਕ ਨਹੀਂ। ਹੁਣ ਉਹਨਾਂ ਦਾ ਬਿਆਨ ਜਿਹੜਾ ਉਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਹੈ ਡੀਜੀਪੀ ਪੰਜਾਬ ਨੂੰ ਕਿ ਤੁਸੀਂ ਨਸ਼ੇ ਨੂੰ ਕੰਟਰੋਲ ਕਰੋ, ਕਿਉਂ ਨਹੀਂ ਕਰਦੇ? ਮਾਫੀਏ ਨੂੰ ਨੱਥ ਪਾਓ। ਕਹਿੰਦੇ ਨਹੀਂ ਪਾਓਗੇ ਤਾਂ ਮੈਂ ਧਰਨੇ ਤੇ ਬਹਿ ਜਾਵਾਂਗਾ। ਲੋਕਾਂ ਨੂੰ ਕਹਿੰਦੇ ਪੁਲਿਸ ਤੇ ਯਕੀਨ ਨਹੀਂ, ਥਾਣੇ 'ਚ ਜਾਂਦੇ ਨੇ, ਸਗੋਂ ਪੁਲਿਸ ਉਹਨਾਂ ਨੂੰ ਪੁੱਛਦੀ ਹੈ ਕਿ ਦੱਸੋ ਕਿਹੜਾ ਨਸ਼ਾ ਤਸਕਰ ਹੈ। ਕਹਿੰਦੇ ਇਹਦਾ ਮਤਲਬ ਕਿ ਜਿਹੜੀ ਖੂਫੀਆ ਤੰਤਰ ਹੈ ਇਹਨਾਂ ਦਾ ਉਹ ਕਿਸੇ ਕੰਮ ਦਾ ਨਹੀਂ। ਕਹਿੰਦੇ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਮੈਂ ਇਹਦੇ ਲਈ ਧਰਨੇ ਤੇ ਬੈਠਾਂਗਾ। ਇਹ ਮਾਫੀਆ ਰਾਜ ਦੀ ਗੱਲ ਕਰਦੇ ਨੇ। 5 ਸਾਲ ਕੈਪਟਨ ਸਾਹਿਬ ਦੀ ਸਰਕਾਰ 4.5 ਸਾਲ ਰਹਿ ਗਈ ਆ, ਕਾਂਗਰਸ ਦੀ 5 ਸਾਲ ਰਹੀ ਆ ਤੇ ਉਦੋਂ ਜਦੋਂ ਦੇ ਐਮਪੀ ਬਣੇ ਨੇ ਉਦੋਂ ਤੋਂ ਇਹੋ ਜਿਹਾ ਮੇਰੇ ਖਿਆਲ 'ਚ ਕੋਈ ਝੰਡਾ ਚੁੱਕਿਆ ਨਹੀਂ ਇਹਨਾਂ ਨੇ। ਇਹ ਕਿਸਾਨੀ ਅੰਦੋਲਨ ਦੀ ਹਾਮੀ ਭਰਦੇ ਨੇ ਕਿ ਮੈਂ ਉੱਥੇ ਬਹਿ ਗਿਆ ਸੀ, ਡਟ ਗਿਆ ਸੀ ਤੇ ਹੁਣ ਇੱਥੇ ਵੀ ਡਟ ਜਾਣਾ। ਦੇਖੋ ਜਿਸ ਤਰ੍ਹਾਂ ਉਹ ਜਾ ਕੇ ਬੈਠੇ ਸੀਗੇ, ਉਹ ਆਪਦੀ ਪੋਲੀਟੀਕਲ ਪੋਜੀਸ਼ਨ ਬਚਾਉਣ ਵਾਸਤੇ ਬੈਠੇ ਸੀ। ਕੋਈ ਕਿਸਾਨੀ ਅੰਦੋਲਨ ਦਾ ਤਾਂ ਕਰਿਆ ਕੁਛ ਨਹੀਂ ਇਹਨਾਂ ਨੇ। ਕਿਸਾਨੀ ਜਿਹੜੇ ਬੈਠੇ ਸੀ, ਰਵਨੀਤ ਬਿੱਟੂ ਸਭ ਤੋਂ ਲੀਡਰ ਸੀ ਉਹਨਾਂ 'ਚ ਬੈਠਣ ਵਾਲਿਆਂ 'ਚ, ਤੁਹਾਨੂੰ ਸ਼ਾਇਦ ਪਤਾ ਹੋਊਗਾ ਜ਼ਰੂਰ। ਤੇ ਰਵਨੀਤ ਬਿੱਟੂ ਤਾਂ ਕਿਸਾਨੀ ਅੰਦੋਲਨ ਦੇ ਬਥੇਰਾ ਕੁਛ ਹੈ ਤਾਂ ਉੱਧਰ ਦੀਆਂ ਕਰਦਾ ਰਿਹਾ, ਤੁਹਾਨੂੰ ਪਤਾ ਹੀ ਹੈ ਜੋ ਕੁਛ ਬੋਲਦਾ ਰਿਹਾ ਉਹ। ਤੇ ਔਜਲਾ ਸਾਹਿਬ ਵੀ ਉਹਨਾਂ ਦੇ ਨਾਲ ਹੀ ਸੀਗੇ। ਤੁਹਾਨੂੰ ਪਤਾ ਜਿਹੜੀ ਇੱਥੇ ਸੰਸਦ ਇਹਨਾਂ ਨੇ ਕਰੀ ਸੀਗੀ ਆਪਣਾ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ, ਉਹਦੇ ਉੱਤੇ 3 ਦਾ ਕੀ ਜੋ ਕੁਛ ਵੀ ਹੋਇਆ, ਹਾਲਾਂਕਿ ਅਸੀਂ ਤਾਂ ਕਿਹਾ ਸੀ ਮੰਦਭਾਗੀ ਘਟਨਾ ਇਹ। ਤੇ ਰਵਨੀਤ ਬਿੱਟੂ, ਔਜਲਾ ਸਾਹਿਬ ਤੇ ਆਪਣੇ ਉਹ ਜ਼ੀਰਾ MLA ਤੇ 2 MP, ਉਹ ਸਾਰਾ ਕੁਛ ਆਪਾਂ ਨੂੰ ਪਤਾ ਹੈ। ਉਹਦੇ 'ਚ ਆਪਾਂ ਬਹੁਤਾ ਡਿਟੇਲ ਨਾਲ ਧਰਨਾ ਮਾਰ ਦੇਣਗੇ। ਇਹਨਾਂ ਨੂੰ ਪੁੱਛੋ ਵੀ ਜਿੱਦੇ 12 ਲੱਖ ਦੀ ਘੜੀ ਤੇ 10 ਕਰੋੜ ਰੁਪਏ ਨਗਦ ਤੇ 54 ਕਰੋੜ ਦੇ ਟ੍ਰਾਂਸੈਕਸ਼ਨ ਫੜ ਗਈ ਸੀ, ਉਹਦੇ ਧਰਨਾ ਕਿਉਂ ਨਹੀਂ ਮਾਰਿਆ? ਉਹ ਵੀ ਤਾਂ ਮਾਫੀਆ ਨਾ। ਬਿਲਕੁਲ ਮਾਫੀਆ ਇਕੱਲਾ ਨਸ਼ਾ ਨਹੀਂ ਹੈ, ਮਾਫੀਆ ਹਰ ਤਰ੍ਹਾਂ ਦਾ। ਮਾਫੀਆ ਦੇ ਉੱਤੇ ਦੂਜੀ ਗੱਲ ਇੱਥੇ ਕਹਿੰਦੇ ਨੇ ਵੀ ਜੇ ਅਸੀਂ ਜੀ ਸਰਕਾਰ ਪੰਜਾਬ ਦੀ ਕੰਟਰੋਲ ਕਰੇ। ਪਾਰਲੀਮੈਂਟ 'ਚੋਂ ਹੈਗੇ ਨੇ 8 ਸ਼ਾਇਦ ਮੈਂਬਰ ਨੇ ਇਹਨਾਂ ਦੇ ਪਾਰਲੀਮੈਂਟ 'ਚ। 8 ਹੋਣ ਦੇ ਬਾਵਜੂਦ ਇੱਥੇ ਤਾਂ ਕਦੇ ਇਹਨਾਂ ਨੇ ਆਵਾਜ਼ ਨਹੀਂ ਮੈਂ ਸੁਣੀ ਔਜਲਾ ਸਾਹਿਬ ਦੀ ਵੀ ਇਹਨਾਂ ਨੇ ਬਹੁਤ ਵੱਡੀ ਚੁੱਕੀ ਹੋਵੇ, ਭਾਈ ਆਹ ਕ੍ਰਾਸ ਬਾਰਡਰ ਟੈਰਰਿਜ਼ਮ ਹੋ ਰਿਹਾ ਹੈ, ਕ੍ਰਾਸ ਬਾਰਡਰ ਨਸ਼ਾ ਆ ਰਿਹਾ ਹੈ ਤੇ ਇਹਨੂੰ ਕੰਟਰੋਲ ਕਰੋ। ਜਾਂ ਤੁਹਾਡਾ ED ਕੀ ਕਰਦਾ, ਜਿਹੜੀਆਂ ED ਦੇ ਅੰਡਰ ਜਿਹੜੀਆਂ ਗੱਲਾਂ ਨੇ ਤੁਸੀਂ ਧੱਕੇ ਨਾਲ ਤਾਂ ਫਸਾ ਲੈਂਦੇ ਹੋ। ਇਹ ਤਾਂ ਕਦੇ UAPA ਦੇ ਅਗੇਂਸਟ ਨਹੀਂ ਬੋਲੇ। ਇਹ ਤਾਂ ਕਦੇ ED ਦੀ ਗੱਲ ਜਾਇਜ਼ ਵਰਤੋਂ ਨਹੀਂ ਮੰਗੀ ਤੇ ਨਜਾਇਜ਼ ਵਰਤੋਂ ਰੋਕੀ ਨਹੀਂ। ਹੁਣ ਉਹ ਇਹਨਾਂ ਦੀ ਆਪਦੀ ਇੰਟਰਨਲ ਲੜਾਈ ਹੈ। ਜੇ ਕਾਂਗਰਸੀਆਂ ਨੇ ਆਪਦੇ ਸਕੋਰ ਸੈਟਲ ਕਰਨੇ ਨਾ, ਉਹਦੇ ਵਿੱਚ ਲੋਕਾਂ ਨੂੰ ਖਿੱਚਣਾ ਵੀ ਲੋਕਾਂ ਦੇ ਮੁੱਦੇ ਲੈ ਕੇ ਇਹ ਕਰਨਾ, ਮੈਨੂੰ ਲੱਗਦਾ ਵੀ ਇਹ ਕੋਈ ਬਹੁਤੀ ਅੱਛੀ ਸਿਆਸਤ ਨਹੀਂ ਹੈ। ਤੇ ਲੋਕ ਵੀ ਹੁਣ ਸਿਆਣੇ ਹੋ ਗਏ ਵੀ ਯਾਰ ਇਹਨਾਂ ਨੇ ਆਪਦਾ ਹਲਵਾ ਮੰਡਾ ਜਿਹਾ ਪਕਾਉਣਾ ਹੁੰਦਾ ਹੈ। ਇਹ ਜਿਹੜੇ ਔਜਲਾ ਸਾਹਿਬ ਨੇ ਇਹ ਕੈਪਟਨ ਦੇ 5 ਸਾਲ ਦੇ ਨਾਲ, ਚਾਹੇ ਪੋਲੀਟੀਸ਼ੀਅਨ ਤਾਂ ਹੈਗੇ ਨੇ ਨਾ, MP ਵੀ ਹੈਗੇ ਨੇ, ਇਹ ਕਿਉਂ ਨਹੀਂ ਬੋਲੇ ਕਦੇ? ਇਹਨਾਂ ਨੇ ਤਾਂ ਕਿਉਂਕਿ ਇਹ ਬਲਕਿ ਮੈਨੂੰ ਤਾਂ ਐ ਉਲਟ ਲੱਗਦਾ, ਕਾਂਗਰਸ ਦੇ ਵਿਦਨ ਵੱਡੀ ਲੋਬੀ ਉਹ ਹੈ ਜਿਹੜੀ ਮਾਫੀਆ ਰਾਜ ਨੂੰ ਸਪੋਰਟ ਕਰਦੀ ਹੈ। ਬਿਲਕੁਲ ਕਿਉਂਕਿ ਜਿਹੜੇ ਮਾਫੀਆ ਦੇ ਉਲਟ ਬੋਲਦੇ ਸੀ ਉਹਨਾਂ ਨੂੰ ਤਾਂ ਹਰਾਉਣ ਤੇ ਤੁਰੇ ਹੋਏ ਨੇ ਸਾਰੇ। ਜਿਹੜੇ ਮਾਫੀਆ ਨਾਲ ਰਲੇ ਹੋਏ ਸਾਬਤ ਹੁੰਦੇ ਸੀ। ਰਾਣਾ ਗੁਰਜੀਤ ਦੀ ਸੈਂਡ ਮਾਫੀਆ ਦੇ ਵਿੱਚ ਬੋਲੀ ਆਪਦੇ ਨੌਕਰ ਦੇ ਨਾਂ ਦੇ ਉੱਤੇ, ਇਹ ਤਾਂ ਸਭ ਨੂੰ ਪਤਾ ਹੀ। ਤਾਂ ਹੁਣ ਕਾਗਜ਼ਾਂ ਦੇ ਵਿੱਚ ਆ ਗਿਆ ਨਾ ਸਬੂਤ। ਸ਼ਾਇਦ ਪਤਾ ਹੋਊਗਾ ਤੁਹਾਨੂੰ ਵੀ ਆਪਦੇ ਨੌਕਰ ਦੇ ਨਾਂ ਤੇ ਕਾਨਾਂ ਲਈਆਂ ਸੀ ਇਹਨਾਂ ਨੇ ਜਦ ਕਹਿੰਦੇ ਸੀ ਮਾਫੀਆ ਖਤਮ ਕਰ ਰਹੇ ਹਾਂ। ਉਹ ਸਭ ਦੇ ਸਾਹਮਣੇ ਆ ਗਿਆ। ਆ ਹੁਣ ਚੰਨੀ ਸਵਾਲ ਆ ਗਿਆ, ਇਹ ਮਾਫੀਆ ਤਾਂ ਸਭ ਦੇ ਸਾਹਮਣੇ ਆ ਗਿਆ। ਫਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਿਆਸ 'ਚ ਪਿਆ ਸੀ ਸੀਰਾ, ਉਹ ਫੈਕਟਰੀ ਦਾ ਸੀ, ਉੱਬਲ ਕੇ ਪੈ ਗਿਆ ਸੀ, ਕਿੰਨੀਆਂ ਮੱਛੀਆਂ ਮਰ ਗਈਆਂ ਸੀ। ਉਹ ਵੀ ਕਿਸਮ ਦਾ ਖਾਸ ਮਾਫੀਆ ਹੀ ਹੈ ਜਿਹੜਾ ਗੰਨੇ ਦਾ ਪੈਸਾ ਵੀ ਨਹੀਂ ਦਿੰਦਾ ਤੇ ਹੋਰ ਹੈ। ਉਹਦੇ ਉੱਤੇ ਵੀ ਇਹਨਾਂ ਨੇ ਕੋਈ ਬਹੁਤ ਵੱਡਾ ਧਰਨਾ ਨਹੀਂ ਮਾਰਿਆ ਵੀ ਭਾਈ ਇੰਨੇ ਲੋਕਾਂ ਦੀ ਉਹ ਹੋ ਗਈ ਹੈ, ਜੀਵ ਜੰਤੂ ਵੀ, ਜਲ ਜੀਵ ਵੀ ਮਰ ਗਏ ਨੇ ਤੇ ਪਾਣੀ ਵੀ ਖਰਾਬ ਹੋ ਗਿਆ, ਇੰਨੇ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ। ਇਹ ਤਾਂ ਨਹੀਂ ਬੋਲਦੇ ਉੱਥੇ। ਇਹ ਕਹਿਣਾ ਬੜਾ ਸੌਖਾ ਹੁੰਦਾ ਹੈ ਵੀ ਕੋਈ ਨਾ ਕੋਈ ਇਹੋ ਜਿਹਾ ਸੈਂਟੀਮੈਂਟਲ ਜਿਹਾ ਮੁੱਦਾ ਲੈ ਲਓ। ਜਿਵੇਂ ਜਿਹੜੇ ਲੋਕ ਖਾਲਿਸਤਾਨ ਦੇ ਨਾਅਰੇ ਲਾ ਦਿੰਦੇ ਨੇ, ਉਹ ਕਈ ਵਾਰੀ ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਏਜੰਸੀਆਂ ਨਾਲ ਰਲੇ ਹੁੰਦੇ ਨੇ। ਇਹ ਸਿੱਧੇ ਸਾਰੇ ਨਹੀਂ ਹੁੰਦੇ, ਕੋਈ ਨਾ ਕੋਈ ਜਿਹੜੇ ਨਾਅਰੇ ਲਵਾਉਣ 'ਚ ਲੀਡ ਕਰਾਉਣ ਵਾਲਾ ਹੁੰਦਾ, ਕਿਸੇ ਨਾ ਕਿਸੇ ਉਂਗਲ ਲਾਉਣ ਵਾਲਾ ਜਿਹਨੂੰ ਕਹਿੰਦੇ ਨੇ ਤੇ ਉਹ ਕਿਤੇ ਨਾ ਕਿਤੇ ਰਲਿਆ ਹੁੰਦਾ। ਕਿਉਂਕਿ ਉਹਦਾ ਸਾਬਤ ਇਹ ਹੋ ਜਾਂਦਾ ਹੈ ਵੀ ਉਹੀ ਜਿਹੀ ਗੱਲ ਕਰਦਾ ਜਿਹਦੇ ਨਾਲ ਜਿਹਦੀ ਉਹ ਮਦਦ ਕਰਨੀ ਚਾਹੁੰਦਾ ਪਾਰਟੀ ਦੀ, ਉਸ ਪਾਰਟੀ ਨੂੰ ਮਦਦ ਹੋਵੇ, ਜਿਹਦੇ ਉਹ ਅਗੇਂਸਟ ਕਰਨਾ ਚਾਹੁੰਦਾ ਉਹਨੂੰ ਫਾਇਦਾ ਹੋਵੇ, ਉਹਨੂੰ ਨੁਕਸਾਨ ਹੋਵੇ। ਆਪ ਦੇ ਪ੍ਰਤੀ ਜਿਹੜੇ 2020 ਵਾਲੇ ਨੇ, ਉਹਨਾਂ ਨੇ ਪਹਿਲਾਂ ਇੱਕ ਬਿਆਨ ਦਿੱਤਾ ਸੀ ਜਦੋਂ ਮੋਦੀ ਸਾਹਿਬ ਵੱਲੋਂ ਆ ਕੇ ਗਏ ਸੀ। ਕਹਿੰਦੇ ਵੀ ਜਦ 4-5 ਦਿਨ 'ਚ ਦਿਖਿਆ ਕੁਛ ਨਾ ਵੀ ਮੋਦੀ ਸਾਹਿਬ ਨੂੰ ਤਾਂ ਕੋਈ ਕੁਛ ਕਹਿਣ ਵਾਲਾ ਹੈ ਹੀ ਨਹੀਂ ਸੀ ਉੱਥੇ, ਤੇ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਤਾਂ ਕੁਛ ਕਰਨਾ ਹੀ ਸੀ ਮੋਦੀ ਸਾਹਿਬ ਦੇ ਅਗੇਂਸਟ। ਕਿਉਂਕਿ ਮੋਦੀ ਸਾਹਿਬ ਦੀ ਗੱਲ ਨੂੰ ਜਸਟੀਫਾਈ ਕਰਨਾ ਸੀ ਵੀ ਜੋ ਮੋਦੀ ਸਾਹਿਬ ਕਹਿੰਦੇ ਸੀ ਵੀ ਮੈਨੂੰ ਖਤਰਾ ਸੀ, ਉਹਨੂੰ ਫਿਰ ਸੱਚ ਤਾਂ ਬਣਾਉਣਾ ਸੀ ਨਾ। ਮੋਦੀ ਸਾਹਿਬ ਨੇ ਤੁਹਾਨੂੰ ਕਹਿਤਾ, ਉਹ ਸਾਬਤ ਹੋ ਨਹੀਂ ਰਿਹਾ। ਫਿਰ ਉਹਨੂੰ ਸਾਬਤ ਕਰਨ ਵਾਸਤੇ ਕੁਛ ਤਾਂ ਬਿਆਨਬਾਜ਼ੀ ਆਉਣੀ ਚਾਹੀਦੀ ਹੈ ਨਾ। ਉਹ 4-5 ਦਿਨਾਂ ਬਾਅਦ ਆ ਗਈ।
ਉਹਨਾਂ ਨੂੰ 4-5 ਦਿਨਾਂ ਬਾਅਦ ਇਹ ਸੁਰਤ ਆਈ। ਫਿਰ ਹੁਣ ਆਪ ਜਿੱਤ ਰਹੀ ਸੀ, ਬਿਆਨ ਆ ਗਿਆ, ਚਿੱਠੀ ਬਿਆਨ ਇਹ ਉਹ, ਵੀ ਇਹ ਤਾਂ ਅਸੀਂ ਆਪ ਦੀ ਮਦਦ ਕਰੋ। ਇਹ ਕੀ ਹੈ? ਇਹ ਮਦਦ ਕਰੋ ਨਹੀਂ ਸੀ, ਇਹ ਸੀ ਆਪ ਤੋਂ ਪਰਾਂ ਹੋ ਜਾਓ। ਸੋ ਇਹ ਗੱਲ ਜਿਹੜੀ ਹੈ ਨਾ, ਕਹਿੰਦੇ ਧੀਏ ਨਹੀਂ ਤੂੰ ਗੱਲ ਕਰ ਤੇ ਨੂੰਹੇ ਨਹੀਂ ਤੂੰ ਕੰਨ ਕਰ, ਇਹ ਉਹ ਹੈ। ਸਾਨੂੰ ਸਾਰਿਆਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਵੀ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ। ਸੋ ਅੱਜ ਹਾਂਜੀ ਬੋਲੋ। ਡਾਕਟਰ ਸਾਹਿਬ, ਜਿਹੜਾ ਇਸ਼ਾਰਾ ਸੁਨੀਲ ਜਾਖੜ ਹੋਰਾਂ ਨੇ ਕੀਤਾ, ਹਾਲਾਂਕਿ ਪਹਿਲਾਂ ਵੀ ਕਈ ਵਾਰੀ ਕਈ ਸਿਆਸਤਦਾਨ ਜਾਂ ਆਪਾਂ ਵੀ ਚਰਚਾਵਾਂ ਵਿੱਚ ਕਰ ਚੁੱਕੇ ਹਾਂ ਕਿ ਇਹ ਬੀਜੇਪੀ ਜਿਹੜੀ ਆ ਉਹ ਫੇਰ ਦੁਬਾਰਾ ਹੱਲਾ ਬੋਲੇਗੀ। ਪਹਿਲਾਂ ਸਿੱਧੇ ਢੰਗ ਨਾਲ ਆਏ, ਉਦੋਂ ਮੁਕਾਬਲਾ ਹੋ ਗਿਆ, ਪਰ ਹੁਣ ਅਸਿੱਧੇ ਢੰਗ ਨਾਲ ਆਉਣਗੇ। ਦੇਖੋ, ਜਾਖੜ ਸਾਹਿਬ ਜੋ ਮਰਜ਼ੀ ਬਿਆਨ ਦੇਈ ਜਾਣ, ਜਾਖੜ ਸਾਹਿਬ ਅੱਜ ਬਿਆਨ ਦੇ ਰਹੇ ਨੇ। ਜਾਖੜ ਸਾਹਿਬ ਨੇ ਜਿੱਦੇ ਨਿਰਮਲਾ ਸੀਤਾਰਮਨ ਜੀ ਨੇ ਬਜਟ ਪੇਸ਼ ਕਰਿਆ, ਉਹਦੇ ਤਾਂ ਇਹ ਬਿਆਨ ਦਿੱਤਾ ਨਹੀਂ, ਉਹਦੇ ਦੇਣਾ ਚਾਹੀਦਾ ਸੀ। ਉਹ ਹਮਲੇ ਦੇ ਸੰਕੇਤ ਜਿਹੜੇ ਨੇ, ਉਹ ਹਮਲਾ ਇਹ ਨਹੀਂ ਹੈ। ਜਾਖੜ ਸਾਹਿਬ ਸੈਂਟੀਮੈਂਟਲ ਬਣਾ ਰਹੇ ਨੇ ਗੱਲ ਨੂੰ। ਕਿਸਾਨ ਤਾਂ ਬਦਲ ਲੜ ਰਹੇ ਨੇ, ਕਿਸਾਨ ਫਿਰ ਇਕੱਠੇ ਹੋ ਰਹੇ ਨੇ। ਜਾਖੜ ਸਾਹਿਬ ਆਪਦੀ ਪੋਲੀਟੀਕਲ ਮਾਈਲੇਜ ਲੱਭਣਾ ਚਾਹੁੰਦੇ ਨੇ। ਜਿੱਦੇ ਸੀਤਾਰਮਨ ਜੀ ਨੇ ਬਜਟ ਪੇਸ਼ ਕਰਿਆ, ਉਹਦੇ 'ਚ ਕੀ ਕਰਿਆ? ਆਰਗੈਨਿਕ ਖੇਤੀ ਕਰਨੀ ਹੈ ਜੀ, ਖੇਤੀ ਨੂੰ ਅਸੀਂ ਆਹ ਦੇਵਾਂਗੇ ਜੀ, ਪਾਣੀ ਦਰਿਆ ਬਿਟਵਾ ਤੇ ਕੇਨ ਨੂੰ ਜੋੜ ਦਾਂਗੇ ਅਸੀਂ ਯਮੁਨਾ ਨਾਲ। ਮੱਧ ਪ੍ਰਦੇਸ਼ ਦੇ ਦਰਿਆਵਾਂ ਨੂੰ ਜੇ ਯਮੁਨਾ ਨਾਲ ਜੋੜਿਆ ਜਾਏ, ਇਹਦਾ ਮਤਲਬ ਕੀ ਨਿਕਲਦਾ ਹੈ? ਅਸੀਂ ਡਰੋਨ ਰਾਹੀਂ ਖੇਤੀ ਕਰਾਵਾਂਗੇ। ਡਰੋਨ ਰਾਹੀਂ ਖੇਤੀ ਕਿਹਦੇ ਰਾਹੀਂ ਹੋਣੀ ਹੈ? ਜਿਹੜਾ ਬੀਜ ਬਿਲ ਪਿਆ ਉਹਦੇ ਉੱਤੇ ਜਾਖੜ ਸਾਹਿਬ ਨੇ ਕਦੇ ਬਿਆਨ ਨਹੀਂ ਦਿੱਤਾ, ਮਤਲਬ ਬੀਜਾਂ ਦੇ ਉੱਤੇ ਕਿਸਾਨ ਦਾ ਅਧਿਕਾਰ ਹੀ ਨਹੀਂ ਹੋਏਗਾ। ਫਿਰ ਜਿਹੜਾ ਕਹਿੰਦੇ ਨੇ ਵੀ ਅਸੀਂ ਇੱਕ ਫਿਰਨੀ ਬਣਾ ਦੇਣੀ ਆ ਸੜਕਾਂ ਦੀ ਪੂਰੇ ਦੇਸ਼ ਦੀ, ਆਹ ਜਿਹੜਾ ਇੱਥੇ ਜ਼ਮੀਨ ਅਕਵਾਇਰ ਕਰ ਰਹੇ ਨੇ, ਜਾਖੜ ਸਾਹਿਬ ਦੇ ਏਰੀਏ ਦੇ ਵਿੱਚ ਲੰਘ ਕੇ ਆਉਂਦਾ, ਜਿੱਥੇ ਤੋਂ ਰੌਲਾ ਕਿਸਾਨਾਂ ਦਾ ਵੀ ਸਾਨੂੰ ਪੈਸੇ ਤਾਂ ਪੂਰੇ ਦੇ ਦਿਓ, ਉਹਦੇ ਉੱਤੇ ਜਾਖੜ ਸਾਹਿਬ ਕਦੇ ਬੋਲੇ ਨਹੀਂ। ਸੋ ਜਾਖੜ ਸਾਹਿਬ ਦਾ ਕੋਈ ਪਤਾ ਨਹੀਂ ਲੱਗਦਾ। ਮੈਂ ਸਮਝਦਾ ਸੀ ਪਹਿਲਾਂ ਵੀ ਉਹ ਚੰਗੇ ਸੀਰੀਅਸ ਪੋਲੀਟੀਸ਼ੀਅਨ ਨੇ, ਪਰ ਮੈਂ ਪਿੱਛੇ ਸਮਝ ਦੇਖਿਆ ਵੀ ਉਹ ਤਾਂ ਬਿਆਨ ਪਤਾ ਨਹੀਂ, ਉਹਨਾਂ ਦਾ ਕੋਈ ਪਤਾ ਨਹੀਂ ਕਦ ਕੀ ਕਹਿ ਦੇਣ। ਉਹ ਜਿਹੜਾ ਕਹਿਣ ਉਹ ਚੰਗਾ ਵੀ ਹੋ ਸਕਦਾ ਹੈ, ਉਹ ਮਾੜਾ ਵੀ ਹੋ ਸਕਦਾ ਹੈ, ਪਰ ਉਹਨੂੰ ਪ੍ਰੈਡਿਕਟ ਕਰਨਾ, ਉਹਨਾਂ ਨੂੰ ਵੀ ਪੇਸ਼ੀਨਗੋਈ ਕਰਨਾ ਵੀ ਜਾਖੜ ਸਾਹਿਬ, ਜਾਂ ਇਹ ਮੰਨਣਾ ਕਿ ਜਾਖੜ ਸਾਹਿਬ ਸੱਚੀ ਮੁੱਚੀ ਦਿਲੋਂ ਬਿਆਨ ਦੇ ਰਹੇ ਨੇ, ਜਾਂ ਇਹ ਮੰਨਣਾ ਕਿ ਜਾਖੜ ਸਾਹਿਬ ਸੱਚੀ ਮੁੱਚੀ ਤੋਂ ਦੁਖੀ ਹੋ ਗਏ। ਉਹਨਾਂ ਤੇ ਇਹ ਹੁਣ ਤਾਂ ਉਹਨਾਂ ਨੇ ਇਹ ਵੀ ਆਪਦਾ ਜਿਹੜਾ ਛਵੀ ਸੀ, ਉਹ ਵੀ ਉਹਨਾਂ ਨੇ ਆਪਣੀ ਧੂਮੜ ਕਰ ਲਈ ਇਹਨਾਂ ਗੱਲਾਂ ਤੇ, ਕਿਉਂਕਿ ਤੁਸੀਂ ਕਦੇ ਕੁਛ ਕਹਿ ਦਿੰਦੇ ਹੋ, ਕਦੇ ਕੁਛ ਕਹਿ ਦਿੰਦੇ ਹੋ। ਜਿੱਦੇ ਜਾਖੜ ਸਾਹਿਬ ਨੇ ਇਹ ਕਹਿਤਾ, ਅੱਜ ਉਹ ਬੀਜੇਪੀ ਦੇ ਖਿਲਾਫ ਬਿਆਨ ਕਿਉਂ ਦੇ ਰਹੇ ਨੇ? ਕਿਉਂਕਿ ਪਹਿਲਾਂ ਬੀਜੇਪੀ ਦੀ ਮਦਦ ਕਰਤੀ ਇਹ ਕਹਿ ਕੇ ਕਿ ਮੈਂ ਹਿੰਦੂ ਸੀ। ਚੋਣਾਂ ਵੇਲੇ ਜਾਖੜ ਸਾਹਿਬ ਨੇ ਬਿਆਨ ਦਿੱਤਾ। ਮੈਨੂੰ ਕੋਈ ਦੱਸੇ 111 ਦਿਨਾਂ ਬਾਅਦ ਜਾਖੜ ਸਾਹਿਬ ਆ ਕੇ ਬਿਆਨ ਦੇਣ ਦਾ ਕਿਹੜਾ ਐਡਾ ਵੱਡਾ ਕਾਰਨ ਹੋ ਗਿਆ ਸੀ? ਉਹਦੇ ਕਿਹੜੇ ਹਿੰਦੂਆਂ ਤੇ ਹਮਲਾ ਹੋ ਗਿਆ ਸੀ ਜਿਹਦੇ ਕਰਕੇ ਜਾਖੜ ਸਾਹਿਬ ਨੂੰ ਇਹ ਬਿਆਨ ਦੇਣਾ ਪਿਆ ਕਿ ਵੀ ਮੈਨੂੰ ਸੀਐਮ ਤਾਂ ਨਹੀਂ ਬਣਾਇਆ ਸੀ ਕਿ ਮੈਂ ਹਿੰਦੂ ਸੀ। ਔਰ ਜਾਖੜ ਸਾਹਿਬ ਦਾ ਸੀਐਮ ਬਣਨ ਦਾ ਰਾਈਟ ਕਿੱਥੋਂ ਸੀ? ਕਿੰਨੇ ਵਾਰੀ ਉਹ ਐਮਐਲਏ ਰਹੇ? ਕੀ ਹੁਣ ਉਹ ਐਮਐਲਏ ਸੀਗੇ? ਕੀ ਉਹ ਐਮਪੀ ਸੀਗੇ? ਕੀ ਉਹਨਾਂ ਨੇ ਪ੍ਰਧਾਨ ਦੇ ਬਤੌਰ ਪ੍ਰਧਾਨ ਕੋਈ ਖਾਸ ਕੰਮ ਕਰਿਆ? ਮਤਲਬ ਉਹਨਾਂ ਦਾ ਕੀ ਅਧਿਕਾਰ ਸੀ ਸੀਐਮ ਬਣਨ ਦਾ? ਕੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧ ਕਰਿਆ ਜਦ ਉਹ ਮਾਫੀਆ ਰਾਜ ਨੂੰ ਨਹੀਂ ਖਤਮ ਕਰ ਰਿਹਾ ਸੀ? ਕੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਹੁਣ ਵੇਲੇ ਉਹ ਵਿੱਚ ਵਿਚਾਲੇ ਰਹੇ ਕਿ ਨਾ ਰਹੇ? ਜਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਾਇਆ ਗਿਆ ਹੈ, ਉਹਦੇ 'ਚ ਵੀ ਵਿੱਚ ਵਿਚਾਲੇ ਰਹੇ ਨੇ। ਦੇਖ ਲਓ ਤੁਸੀਂ ਸਾਰਾ ਕੱਢ ਕੇ। ਸੋ ਜੇ ਜਾਖੜ ਸਾਹਿਬ ਚੋਣਾਂ ਵੇਲੇ ਬਿਆਨ, ਹੁਣ ਉਹਨੂੰ ਉਹ ਜਿਹੜਾ ਕਰਤਾ ਉਹਨੂੰ ਧੋਣ ਦੀ ਕੋਸ਼ਿਸ਼ ਕਰ ਰਹੇ ਨੇ, ਬੀਜੇਪੀ ਦਾ ਨਾਮ ਲੈ ਕੇ ਕਿਸਾਨਾਂ ਨੂੰ ਵਰਤ ਰਹੇ ਨੇ। ਕਿਸਾਨ ਸਿਆਣੇ ਨੇ, ਉਹ ਕਹਿੰਦੇ ਸਾਨੂੰ ਪਤਾ ਹੈ ਨਾ ਜਾਖੜ ਸਾਹਿਬ ਨੇ ਉਹਨਾਂ ਦੀ ਲੜਾਈ ਲੜਨੀ ਹੈ, ਨਾ ਜਾਖੜ ਸਾਹਿਬ ਨੇ ਉਹਨਾਂ ਦੀ ਮਦਦ ਕਰਨੀ ਹੈ। ਜਾਖੜ ਸਾਹਿਬ ਤਾਂ ਇਹਨੇ ਸਿੰਗੜੀਆਂ ਛੇੜਨ ਵਾਲੇ ਨੇ, ਇਹ ਤਾਂ ਕਿਸਾਨਾਂ ਨੂੰ ਤਾਂ ਪਤਾ ਹੈ। ਇਹ ਜਾਖੜ ਸਾਹਿਬ ਦੱਸਣਗੇ ਉਹਨਾਂ ਨੂੰ, ਜਿਨ੍ਹਾਂ ਦਾ ਐਮਐਸਪੀ ਵਾਸਤੇ ਅਜੇ ਤੱਕ ਕਮੇਟੀ ਨਹੀਂ ਬਣਾਈ, ਜਿਨ੍ਹਾਂ ਦਾ ਲਖੀਮਪੁਰ ਖੇੜੀ ਦੇ ਵਿੱਚ ਉਹ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਵਾਤੀ, ਜਿਨ੍ਹਾਂ ਨੇ ਅਜੇ ਤੱਕ ਉਹ ਹੋਮ ਮਿਨਿਸਟਰ ਨੂੰ, ਗ੍ਰਹਿ ਰਾਜ ਮੰਤਰੀ ਨੂੰ ਕੁਝ ਕਿਹਾ ਨਹੀਂ, ਜਿਨ੍ਹਾਂ ਨੇ ਅਜੇ ਤੱਕ ਪੂਰੇ ਕੇਸ ਵਾਪਸ ਨਹੀਂ ਲਏ, ਜਿਨ੍ਹਾਂ ਨੇ ਅਜੇ ਤੱਕ ਉਹਨਾਂ ਦਾ ਜਿਹੜਾ ਮੁੜ ਵਸੇਬਾ ਸੀ, ਜਿਹੜੇ ਸ਼ਹੀਦ ਹੋਏ ਸੀ ਕਿਸਾਨ, ਉਹਨਾਂ ਦਾ ਅਜੇ ਬਹੁਤਾ ਕੁਝ ਕਰਿਆ ਨਹੀਂ, ਜਿਨ੍ਹਾਂ ਨੇ ਅਜੇ ਤੱਕ ਬਿਜਲੀ ਬਿੱਲ ਦੇ ਉੱਤੇ ਕੁਝ ਕਰਿਆ ਨਹੀਂ, ਜਿਨ੍ਹਾਂ ਨੇ ਅਜੇ ਤੱਕ ਪਰਾਲੀ ਦੇ ਉੱਤੇ ਕੁਝ ਕਰਿਆ ਨਹੀਂ, ਉਹ ਇਹ ਗੱਲ ਜਾਖੜ ਸਾਹਿਬ ਉਹਨਾਂ ਨੂੰ ਦੱਸਣਗੇ। ਉਹ ਕਿਸਾਨਾਂ ਨੂੰ ਨਹੀਂ ਪਤਾ, ਮਤਲਬ ਜਾਖੜ ਸਾਹਿਬ ਨੂੰ ਪਤਾ ਹੈ। ਹੱਦ ਹੈ। ਇਹਦਾ ਮਤਲਬ ਇਹ ਹੈ ਵੀ ਸਾਡੇ ਸਿਆਸਤਦਾਨਾਂ ਨੂੰ ਇਹ ਧਰਾਤਲ ਵੀ ਨਹੀਂ ਪਤਾ। ਸਾਡੇ ਸਿਆਸਤ ਉਹ ਤਾਂ ਧਰਨੇ ਮਾਰੀ ਆ, ਉਹ ਜਾਖੜ ਸਾਹਿਬ ਦੇ ਏਰੀਏ 'ਚ ਧਰਨੇ ਵੱਜ ਰਹੇ ਨੇ। 12 ਕਿ 13 ਜ਼ਿਲ੍ਹਾ, 15 ਜ਼ਿਲ੍ਹਿਆਂ ਦੇ ਵਿੱਚ 40 PV 30 35 ਜਗ੍ਹਾ ਤੇ SDM DCਆਂ ਦੇ ਦਫ਼ਤਰਾਂ ਦੇ ਅੱਗੇ ਧਰਨੇ ਵੱਜਦਿਆਂ ਨੂੰ 2 ਮਹੀਨੇ ਹੋ ਗਏ, ਇੰਨੇ ਇਸ਼ੂਜ਼ ਦੇ ਉੱਤੇ। ਤੇ ਜਾਖੜ ਸਾਹਿਬ ਨੂੰ ਤਾਂ ਪਤਾ ਨਹੀਂ ਹੈ। ਕਿਉਂ? ਕਿਉਂਕਿ ਜਾਖੜ ਸਾਹਿਬ ਨੇ ਤਾਂ ਆਪਦਾ ਬਿਆਨ ਦੇਣਾ। ਇਹ ਅੱਜ ਹੁਣ ਸੁਖਵਿੰਦਰ ਜੀ ਬਿਆਨਬਾਜ਼ੀ ਰਾਹੀਂ ਰਾਜ ਕਰਨ ਦਾ ਜਿਹੜਾ ਮਸਲਾ ਹੈ, ਜਾਖੜ ਸਾਹਿਬ ਅੱਜ ਤੱਕ ਨਹੀਂ ਬੋਲੇ
ਇਹਦਾ ਮਤਲਬ ਜਾਖੜ ਸਾਹਿਬ ਤਾਂ ਅਜੇ ਹਿੰਦੂ ਆਪਰੇਟ ਕਰ ਰਹੇ ਨੇ। ਜਿਹੜੀ ਆ ਸਿੱਖ ਹਿਸਟਰੀ ਖਰਾਬ ਕਰੀ ਹੈ, ਕਿਸਾਨੀ ਨੇ ਉੱਥੇ ਧਰਨਾ ਮਾਰਿਆ ਹੋਇਆ ਹੈ, ਉਹ ਅਕਾਦਮਿਕ ਤੌਰ ਤੇ ਵੀ ਠੀਕ ਨਹੀਂ, ਸਾਰਾ ਬੜਾ ਕੁਛ ਹੈ, ਮੈਂ ਇਸ 'ਚ ਨਹੀਂ ਜਾਵਾਂਗਾ ਹਜੇ। ਤੇ ਉਹਦੇ ਤਾਂ ਜਾਖੜ ਸਾਹਿਬ ਬੋਲਦੇ ਨਹੀਂ, ਸਾਰੀ ਗੁਰਬਾਣੀ ਉਲਟਾ ਕੇ ਲਿਖੀ ਹੋਈ ਹੈ। ਉਂਝ ਤਾਂ ਜਿਹੜੀ ਬੀਜੇਪੀ ਸਮਝੌਤਾ ਕਰ ਰਹੀ ਹੈ ਅਕਾਲੀ ਦਲ ਨਾਲ, ਤੇ ਉਸ ਬੀਜੇਪੀ ਤੇ ਅਕਾਲੀ ਦਲ ਨੇ ਤਾਂ ਉਹ ਤਾਂ ਇਤਿਹਾਸ ਹੀ ਖਰਾਬ ਕਰਿਆ ਹੋਇਆ ਹੈ। ਜੇ ਗੁਰਬਾਣੀ ਨੂੰ ਸਾਰੇ ਸਪੈਲਿੰਗ, ਸਾਰੀਆਂ ਤੁਕਾਂ ਗਲਤ ਲਿਖਣੀਆਂ ਨੇ ਔਰ ਜਾਣਬੁੱਝ ਕੇ ਗਲਤ ਉਹਦੀ ਇੰਟਰਪ੍ਰੀਟੇਸ਼ਨ ਦੇਣੀ ਹੈ, ਤੇ ਉਹਨੂੰ ਬੱਚਿਆਂ ਬਾਲ-ਮਨ ਦੇ ਉੱਤੇ ਪ੍ਰਭਾਵ ਪਾਉਣਾ ਹੈ, ਉਦੋਂ ਨਾ ਅਕਾਲੀ ਦਲ ਬੋਲੇ, ਨਾ ਬੀਜੇਪੀ ਬੋਲੇ, ਨਾ ਜਾਖੜ ਸਾਹਿਬ ਬੋਲੇ ਨੇ। ਜਾਖੜ ਸਾਹਿਬ ਦੀ ਸਰਕਾਰ 'ਚ ਚੱਲਦੀ ਰਹੀ ਹੈ ਇਹ ਕਿਤਾਬ 5 ਸਾਲ। ਜਾਖੜ ਸਾਹਿਬ ਬੋਲ ਪੈਂਦੇ ਨਾ ਵੀ ਭਾਈ ਦੇਖੋ ਗੱਲ ਇਹ ਹੈ, ਮੈਂ ਭਾਵੇਂ ਹਿੰਦੂ ਹਾਂ, ਪਰ ਇਹ ਦੇਖੋ ਆਪਾਂ ਨੂੰ ਇਹ ਤਾਂ ਨਹੀਂ ਹੈ ਹੱਕ ਵੀ ਆਪਾਂ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰੀਏ। ਹੈ ਗੁਰਬਾਣੀ ਤਾਂ ਰੋਜ਼ ਅਰਦਾਸ ਕਹਿੰਦੇ ਨੇ ਵੀ ਜੇ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਈ ਭੁੱਲ ਚੁੱਕ ਹੋਵੇ, ਲੱਖ ਕੰਨਾ ਮਾਤਰ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਭੁੱਲ ਬਖਸ਼ਾਉਂਦੇ ਨੇ। ਹਰ ਅਰਦਾਸ ਵਾਲਾ ਭਾਈ ਬਖਸ਼ਾਉਂਦਾ ਭੁੱਲ ਕੇ ਨਹੀਂ। ਜਿਹੜੀ ਅਣਜਾਣੇ ਭੁੱਲ ਹੋ ਜੇ, ਇਹ ਤਾਂ ਜਾਣ ਬੁੱਝ ਕੇ ਕਰੀ ਹੋਈ ਭੁੱਲ ਤੇ ਨਹੀਂ ਬੋਲੇ। ਸੋ ਇਸ ਕਰਕੇ ਜਾਖੜ ਸਾਹਿਬ ਦੇ ਬਿਆਨਾਂ ਨੂੰ ਬਹੁਤਾ ਪੰਜਾਬੀਆਂ ਨੂੰ ਨਾ ਦੇਖਣਾ ਚਾਹੀਦਾ, ਨਾ ਬੌਦਰ ਕਰਨਾ ਚਾਹੀਦਾ। ਜਾਖੜ ਸਾਹਿਬ ਆਪਣੀ ਧੁੱਪ 'ਚ ਸੋਏ ਰਹਿਣ ਜੀ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਇਹ ਹੈ ਕਿ ਜੋ ਕੁਝ ਚੰਡੀਗੜ੍ਹ ਦੇ ਵਿੱਚ ਬੱਤੀ ਗੁੱਲ ਹੋਣ ਕਾਰਨ ਹੋਇਆ, ਮੈਂ ਉੱਥੋਂ ਦੇ ਲੋਕਾਂ ਨੂੰ ਸੁਣਿਆ ਸੀਗਾ, ਉਹ ਕਹਿੰਦੇ ਕਿ MP ਕਿਰਨ ਖੇਰ ਨੂੰ ਜਿਤਾ ਕੇ ਤਾਂ ਭੇਜਿਆ, ਪਰ ਉਹ ਬੰਬੇ ਉਹਨਾਂ ਨੂੰ ਮੁੰਬਈ ਤੋਂ ਹੀ ਵੇਲ ਨਹੀਂ ਮਿਲਦੀ ਉੱਥੇ ਆਪਣੇ ਪ੍ਰੋਗਰਾਮਾਂ ਤੋਂ, ਉਹਨਾਂ ਨੇ ਸਾਡੀ ਕੀ ਸੁਣਨੀ ਹੈ। ਲੋਕਾਂ 'ਚ ਹਾਹਾਕਾਰ ਮਚੀ ਹੈ, ਤੀਜੀ ਮੰਜ਼ਿਲ ਤੋਂ ਥੱਲੇ ਆ ਕੇ ਪਾਣੀ ਭਰਨਾ ਪੈਂਦਾ, ਸਾਰੇ ਪਾਸੇ ਬੱਚਿਆਂ ਦਾ ਬੁਰਾ ਹਾਲ ਹੈ, ਕਹਿੰਦੇ ਪੜ੍ਹਾਈ ਨਹੀਂ ਹੋ ਰਹੀ ਸਾਡੀ। ਇਹ ਸਭ ਕੁਝ ਚੰਡੀਗੜ੍ਹ ਦੇ ਵਿੱਚ। ਉਹ ਵੀ ਕਹਿੰਦੇ ਉਸ ਪਾਸੇ ਕਿ ਇਹ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਬਿਜਲੀ ਦੇਣ ਜਾ ਰਹੇ ਨੇ, ਪਰ ਲੋਕਾਂ ਦਾ ਰੋਹ ਜਿਹੜਾ ਉਹ ਉੱਥੋਂ ਤੱਕ ਸੀਮਤ ਹੈ। ਲੋਕ ਕਹਿੰਦੇ ਕਿ ਜਾ ਕੇ ਲੀਡਰਾਂ ਦੇ ਘਰਾਂ ਦੀ ਬਿਜਲੀ ਪਾਣੀ ਬੰਦ ਕਰੋ, ਸਾਨੂੰ ਪਰੇਸ਼ਾਨ ਨਾ ਕਰੋ। ਮਤਲਬ ਕਿ ਇਹਨੂੰ ਕਿਸ ਤਰ੍ਹਾਂ ਦੇਖਿਆ ਜਾਏ? ਦੇਖੋ ਗੱਲ ਇਹ ਹੈ ਵੀ ਇਹ ਨਾ ਜਿਹੜੇ ਲੋਕ ਨੇ, ਕਿਉਂਕਿ ਇਹਨਾਂ ਨੂੰ ਜ਼ਮੀਨਾਂ ਕਿਸਾਨਾਂ ਤੋਂ ਖੋਹ ਕੇ ਮੁਫਤ ਵਾਂਗੂ ਦੇਤੀਆਂ, ਮੁੜ ਕੇ ਇਹਨਾਂ ਦੀਆਂ ਕੋਠੀਆਂ ਹੋ ਗਈਆਂ 3-3, 5-5 ਕਰੋੜ ਦੀਆਂ, ਜਿਹੜੇ ਇਹਨਾਂ ਨੇ ਐਵੇਂ 5 ਲੱਖ 'ਚ 4 ਲੱਖ 'ਚ ਲਈ ਸੀ। ਇਹਨਾਂ ਨੂੰ ਨਾ ਥੋੜਾ ਠੂਹੇ ਲਿਖਦੇ ਲੱਗਦੇ ਨੇ ਵੀ ਜਿਹੜਾ ਕੋਈ ਮੁਲਾਜ਼ਮ ਹੜਤਾਲ ਕਰਦਾ। ਬਿਜਲੀ ਬੋਰਡ ਦੇ ਬਾਰੇ ਮੈਂ ਇੱਕ ਗੱਲ ਕਹਾਂਗਾ, ਇੱਕ ਬਿਜਲੀ ਬੋਰਡ, ਇੱਕ ਟਰਾਂਸਪੋਰਟ, ਇੱਕ ਪਾਣੀ ਵਾਲੇ। ਤੁਸੀਂ ਕਦੇ ਸੁਣਿਆ ਵੀ ਤੁਹਾਡੇ ਘਰੇ 10 ਦਿਨ ਪਾਣੀ ਨਾ ਆਇਆ ਹੋਵੇ? ਕਦੇ ਸੁਣਿਆ ਵੀ 10 ਦਿਨ ਬਿਜਲੀ ਗੁੱਲ ਰਹੀ ਹੋਵੇ? ਜੇ ਰਾਤ ਨੂੰ ਬਿਜਲੀ ਖਰਾਬ ਹੁੰਦੀ, ਕੋਈ ਤਾਂ ਉਹਨੂੰ ਠੀਕ ਕਰਦਾ ਹੀ ਹੈ। ਔਰ ਲਾਈਵ ਚੱਲ ਰਹੀ ਹੁੰਦੀ ਹੈ ਤਾਰ, ਬੁੜਕ ਕੇ ਗਿਰਦੇ ਨੇ ਬਿਜਲੀ ਵਾਲੇ ਉਹਦੇ ਨਾਲ ਕਈ ਵਾਰੀ। ਬਿਲਕੁਲ। ਤੇ ਪਾਣੀ ਕਿੰਨੇ ਕੁ ਦਿਨ ਬੰਦ ਰਿਹਾ? ਪਾਣੀ ਮਾੜਾ ਜਿਹਾ ਘੰਟਾ ਬੰਦ ਹੋ ਜਾਏ, ਲੋਕਾਂ ਦੇ ਸੰਘਾਟ ਹੋ ਜਾਂਦਾ। ਬਸ ਮੀਂਹ ਹੋਵੇ, ਧੁੱਪ ਹੋਵੇ, ਠੰਡ ਹੋਵੇ, ਕਰੋਨਾ ਹੋਵੇ, ਉਹ 'ਚ ਬੱਸ ਚੱਲਦੇ। ਕਰੋਨਾ ਕਾਲ 'ਚ ਜਦ ਤਾਂ ਬੱਸਾਂ ਸਰਕਾਰ ਨੇ ਬੰਦ ਕਰਤੀਆਂ ਵੱਖਰੀ ਗੱਲ ਹੈ, ਜਦ ਚਲਾਤੀਆਂ ਉਦੋਂ ਤੁਸੀਂ ਕਦੇ ਸੁਣਿਆ ਵੀ ਹੁਣ ਤਾਂ ਬੱਸ ਅੱਜ ਚੱਲਣੀ ਨਹੀਂ ਜੀ ਅੱਡੇ ਤੇ ਜਾ ਕੇ? ਕਦੇ ਤੁਸੀਂ ਸੁਣਿਆ ਵੀ ਬਿਜਲੀ ਤਾਂ ਬੰਦ ਹੀ ਹੈ ਜੀ, ਅੱਜ ਤਾਂ ਬਿਜਲੀ ਆਉਣੀ ਨਹੀਂ 4 ਦਿਨ ਕਿਉਂਕਿ ਕਰੋਨਾ ਹੈ? ਕਰੋਨਾ ਨੇ ਬਾਕੀ ਤਾਂ ਸਭ ਕੁਝ ਬੰਦ ਕਰਤਾ ਸੀ। ਕਦੇ ਸੁਣਿਆ ਸੀ ਵੀ ਪਾਣੀ ਬੰਦ ਹੈ? ਸੋ ਇਹ ਜਿਹੜੇ ਮੁਲਾਜ਼ਮ ਕਹਿ ਰਹੇ ਨੇ, ਮੈਂ ਤੁਹਾਨੂੰ ਪਤਾ ਮੈਂ ਮੁਲਾਜ਼ਮਾਂ ਦੇ ਖਿਲਾਫ ਕਿੰਨਾ ਬੋਲਦਾ ਰੋਜ਼, ਪਰ ਇਹ ਜਿਹੜੀ ਹੜਤਾਲ ਹੈ ਇਹ ਮੁਲਾਜ਼ਮਾਂ ਦੀ ਆਪਦੀ ਹੈ ਹੀ ਨਹੀਂ। ਇਹ ਹੜਤਾਲ ਦੇਸ਼ ਦੀ ਹੜਤਾਲ ਹੈ। ਇਹ ਦੇਸ਼ ਦਾ ਸਭ ਕੁਝ ਵੇਚਿਆ ਜਾ ਰਿਹਾ ਹੈ। ਇਹ ਜਿਹੜੇ 4 ਪੈਸੇ ਵਾਲੇ ਨੇ, ਉਹਨਾਂ ਦੀ ਆਦਤ ਹੁੰਦੀ ਹੈ ਕਿ ਜੀ ਮੁੱਲ ਜਿੰਨਾ ਮਰਜ਼ੀ ਵਧਾ ਦਿਓ, ਸਾਨੂੰ ਸਹੂਲਤ ਚਾਹੀਦੀ ਹੈ। ਉਹ ਦੂਜੇ ਨੂੰ ਫਿਰ ਮੈਨੂੰ ਹਟ ਜੂਗੀ। ਸੈਂਕੜੇ ਅਰਬਾਂ, ਸੈਂਕੜੇ ਕਰੋੜਾਂ, ਅਰਬਾਂ ਦੀ ਪ੍ਰਾਪਰਟੀ ਇੱਥੇ ਚੰਡੀਗੜ੍ਹ 'ਚ ਹੈ, ਬਲਕਿ ਮੈਂ ਤਾਂ ਕਹਾਂਗਾ ਹਜ਼ਾਰਾਂ ਕਰੋੜਾਂ ਦੀ ਹੈ। ਕਿੰਨੇ ਇੱਥੇ ਸਬ ਸਟੇਸ਼ਨ ਨੇ, ਕਿੰਨੀਆਂ ਇੱਥੇ ਬਿਲਡਿੰਗਾਂ ਨੇ, ਉਹ ਸਾਰੀਆਂ ਕੌਡੀਆਂ ਦੇ ਭਾਅ ਅੰਬਾਨੀਆਂ ਅਡਾਨੀਆਂ ਨੂੰ ਦੇ ਰਹੇ ਨੇ ਇਹ, ਕਿਉਂਕਿ ਯੂਟੀ ਚੰਡੀਗੜ੍ਹ ਭਾਰਤ ਸਰਕਾਰ ਦੇ ਕੋਲ ਹੈ। ਪੰਜਾਬ 'ਚ ਕਿਉਂ ਨਹੀਂ ਹੋ ਰਿਹਾ? ਕਿਉਂਕਿ ਪੰਜਾਬ ਨੂੰ ਉਹ ਮਜਬੂਰ ਕਰ ਸਕਦੇ ਨੇ ਵੇਚ। ਪੰਜਾਬ PSCB ਜਾਂ ਕਾਰਪੋਰੇਸ਼ਨਾਂ ਦੋਨੇ, PSPL ਤੇ ਉਹਨੂੰ ਨਹੀਂ ਵੇਚ ਸਕਦੇ ਆਪ ਵੀ ਅਸੀਂ ਉਹ ਬੋਲੀ ਕਰ ਦਾਂਗੇ, ਸਰਕਾਰ ਨੂੰ ਮਜਬੂਰ ਕਰਨਗੇ। ਇੱਥੇ ਆਪ ਬੋਲੀ ਕਰਦੇ ਨੇ। ਇਹਦੇ ਉੱਤੇ ਜਦ ਤੁਸੀਂ ਇਹ ਸਾਰਾ ਕੌਡੀਆਂ ਦੇ ਭਾਅ ਦੇਤਾ ਤੇ ਮੁੜ ਕੇ ਬਿਜਲੀ ਜਿਹੜੀ ਅਮੀਰਾਂ ਨੂੰ ਤਾਂ ਮਿਲੀ ਜਾਊਗੀ, ਜਿਹੜੇ ਕਹਿੰਦੇ ਮੈਂ ਜੀ ਫਲਾਣੀ ਮੰਜ਼ਿਲ ਤੇ ਫਲਾਣੀ ਮੰਜ਼ਿਲ ਆ, ਜਿੱਦੇ ਬਾਲਟੀ ਪਾਣੀ ਦੀ ਨਾ ਮਿਲੀ ਉਹਦੇ ਕੀ ਕਰਨਗੇ? ਮੈਂ ਤੁਹਾਨੂੰ ਕਿਉਂ ਕਹਿਣਾ? ਕੋਈ ਕਹੂਗਾ ਲਓ ਜੀ ਇਹਨੂੰ ਇੱਥੇ ਬਿਜਲੀ ਮੇਰੇ ਘਰ ਦੇ ਵਿੱਚ ਵੀ, ਜਿੱਥੇ ਮੈਂ ਰਹਿ ਰਿਹਾ ਜਿਸ ਘਰ 'ਚ, ਇੱਥੇ ਵੀ ਪਿਛਲੇ 2 ਦਿਨ ਤੋਂ ਬੰਦ ਰਹੀ ਆ। ਅੱਜ ਆਈ ਹੈ ਥੋੜ੍ਹੀ ਜਿਹੀ। ਪਾਣੀ ਅਸੀਂ 2 ਬਾਲਟੀਆਂ ਭਰ ਕੇ ਰੱਖਦੇ ਸੀ ਵੀ ਯਾਰ ਜੇ ਉਹਦੇ ਵਿੱਚ ਵੀ ਪਾਉਣਾ ਹੋਇਆ ਫਲੱਸ਼ 'ਚ ਵੀ ਤਾਂ ਪਾਣੀ ਉਹਦੇ 'ਚੋਂ ਪਾ ਦਾਂਗੇ। ਸਾਨੂੰ ਤਾਂ ਕੋਈ ਸ਼ਿਕਾਇਤ ਨਹੀਂ ਹੋਈ ਮਨ 'ਚ ਵੀ ਯਾਰ ਠੀਕ ਹੈ। ਹੁਣ ਇੱਕ ਚੰਗੀ ਗੱਲ ਵਾਸਤੇ ਲੜ ਰਹੇ ਨੇ ਅਗਲੇ। ਜੇ ਪਾਣੀ ਨਹੀਂ ਆਇਆ, ਅਸੀਂ 2 ਦਿਨ ਪਾਣੀ ਬਿਨਾਂ ਨਹੀਂ ਸਾਰ ਸਕਦੇ।
ਔਖੇ ਨਹੀਂ ਹੋ ਸਕਦੇ। ਅਸੀਂ 2 ਦਿਨ ਬਿਜਲੀ ਬਿਨਾਂ ਨਹੀਂ ਸਰ ਸਕਦੇ। ਫੋਨ ਚਾਰਜ ਕਰਨ ਤੱਕ ਔਖਾ ਹੋਇਆ ਪਿਆ ਸੀ, ਇਨਵਰਟਰ ਵੀ ਖਤਮ ਹੋ ਗਏ, ਤੁਹਾਡੀ ਵਾਸ਼ਿੰਗ ਮਸ਼ੀਨ ਨਹੀਂ ਚੱਲ ਰਹੀ, ਪਰ ਕੀ ਤੁਸੀਂ ਉਹਦੇ ਬਿਨਾਂ ਮਰ ਜਾਓਗੇ? ਤੁਸੀਂ ਦੇਸ਼ ਦਾ ਸਭ ਕੁਝ ਵਿਕਾ ਦੋਗੇ? ਤੁਸੀਂ ਇੰਨੇ ਖੁਦਗਰਜ਼ ਹੋ ਗਏ ਕਿ ਅਰਬਾਂ ਰੁਪਏ ਦੀ ਪ੍ਰਾਪਰਟੀ ਇੱਥੋਂ ਦੀ ਬਿਊਰੋਕ੍ਰੇਸੀ ਤੇ ਕੇਂਦਰ ਦੀ ਸਰਕਾਰ ਵੇਚ ਰਹੀ ਹੈ ਕਿ ਤੁਸੀਂ ਉਹਨੂੰ ਕੁਝ ਨਹੀਂ ਕਹਿ ਰਹੇ। ਤੁਸੀਂ ਬਿਜਲੀ ਕਰਮਚਾਰੀ ਨੂੰ, ਜਿਹੜਾ ਤੁਹਾਡੀ ਲੜਾਈ ਲੜ ਰਿਹਾ ਹੈ, ਅੱਜ ਮੈਂ ਕਹਾਂਗਾ, ਮੈਂ ਬਿਜਲੀ ਕਰਮਚਾਰੀਆਂ ਨੂੰ ਵਧਾਈ ਦਿੰਦਾ ਕਿ ਲੜਾਈ ਉਹਨਾਂ ਦੀ ਆਪਦੀ ਲੜਾਈ ਹੈ ਹੀ ਨਹੀਂ। ਬਿਲਕੁਲ। ਜਿੰਨੇ ਕਰਮਚਾਰੀ ਹੈਗੇ ਨੇ ਉਹਨਾਂ ਨੂੰ ਬਾਕਾਇਦਾ ਪੈਨਸ਼ਨ ਮਿਲਣੀ ਹੈ, ਜ਼ੋਰ ਲਾ ਲਏ ਜੇ ਵੇਚਣਗੇ। ਉਹਨਾਂ ਦਾ ਨਹੀਂ ਵੱਡਾ ਨੁਕਸਾਨ ਹੋਣਾ, ਨੁਕਸਾਨ ਪਬਲਿਕ ਦਾ ਹੋਣਾ ਹੈ। ਅੱਜ ਉਹ ਕਰਮਚਾਰੀ ਉਹ ਪਬਲਿਕ ਦੇ ਨੁਕਸਾਨ ਨੂੰ ਬਚਾਉਣ ਵਾਸਤੇ ਅੱਗੇ ਆਏ ਹੋਏ ਨੇ। ਜਿਵੇਂ ਕਿਸਾਨ ਆਏ ਸੀ, ਕਿਸਾਨ ਇਕੱਲੇ ਆਪਦੇ ਵਾਸਤੇ ਨਹੀਂ ਆਏ ਸੀ, ਪਬਲਿਕ ਵਾਸਤੇ ਆਏ ਸੀ, ਕਿਉਂਕਿ ਰੋਟੀ ਬੰਦ ਹੋ ਜਾਣੀ ਸੀ ਲੋਕਾਂ ਦੀ। ਇੱਦਾਂ ਹੀ ਇਹ ਬਿਜਲੀ ਕਰਮਚਾਰੀ ਆਏ ਨੇ। ਮੈਂ ਤਾਂ ਇਹਨਾਂ ਨੂੰ ਵਧਾਈ ਦਿੰਦਾ। ਅੱਜ ਤੱਕ ਮੈਂ ਕੋਈ ਇਹੀ ਜਿਹੀ ਹੜਤਾਲ ਇੰਨੀ ਤਕੜੀ ਸੁਣੀ ਨਹੀਂ ਜਿਹੜੀ ਵੀ ਇਹਨੂੰ ਵੇਚਣ ਨਹੀਂ ਦੇਣਾ ਅਦਾਰੇ ਨੂੰ। ਉਹ ਤਾਂ ਕਹਿੰਦੇ ਜਿੰਨਾ ਮਰਜ਼ੀ ਵੇਚ ਦੋ, ਕੀ ਫਰਕ ਪੈਂਦਾ? ਇਹ ਗੱਲ ਮੈਂ 2 ਅਦਾਰਿਆਂ 'ਚ ਆਪ ਸੁਣੀ ਹੈ, ਆਪ ਦੇਖੀ ਹੈ। ਇੱਕ ਤਾਂ ਰੋਡਵੇਜ਼ ਵਾਲੇ ਹੜਤਾਲ ਕਰਦੇ ਨੇ, ਡਾਂਗ ਲੈ ਕੇ ਖੜ ਜਾਂਦੇ ਨੇ ਵੀ ਤੁਸੀਂ ਆਹ ਪ੍ਰਾਈਵੇਟਾਂ ਨੂੰ ਟਾਈਮ ਕਿਵੇਂ ਦੇਈ ਜਾਂਦੇ ਹੋ, ਸਾਡੀਆਂ ਬੱਸਾਂ ਨੂੰ ਤਾਂ ਤੁਸੀਂ ਚੱਲਣ ਨਹੀਂ ਦਿੰਦੇ। ਇਹ ਮੈਂ ਉਹਨਾਂ ਦੇ ਲੀਡਰਾਂ ਨੂੰ ਲੜਦੇ ਦੇਖਿਆ। ਔਰ ਬੱਸਾਂ ਦੇ ਵਿੱਚ ਆਮ ਤੌਰ 'ਤੇ ਕੀ ਹੈ, ਜਿਹੜਾ ਡਰਾਈਵਰ ਹੁੰਦਾ ਹੈ, ਡਰਾਈਵਰ ਕੈਟਾਗਰੀ 'ਚੋਂ ਆਮ ਤੌਰ 'ਤੇ ਪ੍ਰਧਾਨ ਹੁੰਦਾ ਹੈ, ਕੰਡਕਟਰ ਕੈਟਾਗਰੀ 'ਚੋਂ ਸੈਕਟਰੀ ਹੁੰਦਾ ਹੈ, ਕਿਉਂਕਿ ਸੈਕਟਰੀ ਦਾ ਕੰਮ ਜ਼ਿਆਦਾ ਲਿਖਣ ਪੜ੍ਹਨਾ ਹੁੰਦਾ ਹੈ, ਡਰਾਈਵਰ ਡਾਂਗ ਚੱਕਦੇ ਨੇ। ਪ੍ਰਾਈਵੇਟ ਬੱਸਾਂ ਨੂੰ ਗਲਤ ਟਾਈਮ ਟੇਬਲ ਦੇਣਾ, ਜ਼ਿਆਦਾ ਟਾਈਮ ਟੇਬਲ ਦੇਣਾ, ਜ਼ਿਆਦਾ ਸਮਾਂ ਦੇਣਾ, ਉਹਦੇ ਤੇ ਮੈਂ ਰੋਡਵੇਜ਼ ਵਾਲੇ ਲੜਦੇ ਦੇਖੇ ਨੇ ਆਪ। ਇੱਦਾਂ ਬਿਜਲੀ ਦੇ ਵਿੱਚ ਪ੍ਰਾਈਵੇਟਾਂ ਨੂੰ ਬਿਜਲੀ ਦੇਣ ਦੇ ਉੱਤੇ ਰੋਕ ਲਗਾਉਣ ਵਾਸਤੇ ਮੈਂ ਬਿਜਲੀ ਮੁਲਾਜ਼ਮਾਂ ਨੂੰ ਲੜਦੇ ਦੇਖਿਆ। ਨਹੀਂ ਤਾਂ ਲੋਕ ਇੱਥੇ ਹਸਪਤਾਲ ਵੇਚ ਦਿਓ, ਕੋਈ ਨਹੀਂ ਬੋਲਦਾ ਵੀ ਕਿਉਂ ਵੇਚਦੇ ਹੋ। ਸਕੂਲ ਵੇਚ ਦਿਓ, ਕੋਈ ਨਹੀਂ ਬੋਲਦਾ ਵੀ ਕਿਉਂ ਵੇਚਦੇ ਹੋ। ਸੜਕਾਂ ਵੇਚ ਦਿਓ, ਕੋਈ ਨਹੀਂ ਬੋਲਦਾ ਵੀ ਸੜਕਾਂ ਕਿਉਂ ਵੇਚਦੇ ਹੋ। ਇਹ ਤਾਂ 2 ਕੈਟਾਗਰੀਆਂ, ਬਿਜਲੀ ਮੁਲਾਜ਼ਮ ਤੇ ਰੋਡਵੇਜ਼ ਵਾਲੇ। ਮੈਂ ਕਹਾਂ ਅਜੇ ਵੀ ਸਾਡੇ ਦੇਸ਼ ਦੀ ਪ੍ਰਭੂਸੱਤਾ ਨੂੰ ਬਚਾਉਣ ਵਾਸਤੇ, ਸਧਾਰਨ ਬੰਦੇ ਦੇ ਜਾਨ ਆਉਣ ਦੇ ਵਸੀਲੇ ਬਚਾਉਣ ਵਾਸਤੇ, ਸਧਾਰਨ ਬੰਦੇ ਦੀ ਰੋਜੀ ਰੋਟੀ ਬਚਾਉਣ ਵਾਸਤੇ ਲੜ ਰਹੇ ਨੇ। ਤੇ ਇਹਦੇ ਵਿੱਚ ਜੇ ਚੰਡੀਗੜ੍ਹੀਆਂ ਨੂੰ ਇੰਨਾ ਔਖਾ ਹੈ ਨਾ, ਜਾ ਕੇ ਦੇਖਣ ਜਿਨ੍ਹਾਂ ਨੂੰ 1 ਬਾਲਟੀ ਪਾਣੀ ਦੀ ਮਿਲਦੀ ਪਿੰਡਾਂ 'ਚ, ਆ ਪਾਣੀ ਉਸੇ ਕਜੌਲੀ ਹੈਡਵਰਕਸ ਤੋਂ ਆ ਰਿਹਾ, ਉਸੇ ਪੰਜਾਬ ਦਾ ਪਾਣੀ ਆ ਰਿਹਾ। ਜਾ ਕੇ ਦੇਖਣ ਜਿੱਥੇ 20 ਲੀਟਰ ਪਾਣੀ ਲੈਣ ਵਾਸਤੇ ਜਾਣਾ ਪੈਂਦਾ 2 ਕਿਲੋਮੀਟਰ ਉੱਤੇ ਆਰਓ ਪਲਾਂਟ ਤੇ ਫਿਰ ਉਹ 150 ਰੁਪਏ ਕਿਲੋਮੀਟਰ ਮਿਲਦਾ ਹੈ। ਇੱਥੇ 3 ਰੁਪਏ ਕਿਲੋਮੀਟਰ ਘਰੇ ਆ ਰਿਹਾ ਇਹਨਾਂ ਦੇ। ਇਹਨਾਂ ਨੂੰ ਪਤਾ ਨਹੀਂ ਆ ਜਿਹੜੀਆਂ ਜ਼ਮੀਨਾਂ, ਜਿਹੜੀਆਂ ਕੋਠੀਆਂ 'ਚ ਬੈਠੇ ਨੇ, ਇਹ ਏਕੜਾਂ ਦੇ ਭਾਅ ਕਿਸਾਨਾਂ ਤੋਂ ਕਹਿਰ ਕਰਕੇ ਇਹਨਾਂ ਨੂੰ ਦੇਤੀਆਂ ਕਿ ਇਹ ਮੁੜ ਕੇ ਇੰਚਾਂ ਦੇ ਭਾਅ ਵੇਚ ਰਹੇ ਨੇ। ਇਹਨਾਂ ਨੂੰ ਤਾਂ ਬੁਰਾ ਲੱਗਣਾ ਹੀ ਹੈ। ਸੋ ਇਹ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਜਾਇਜ਼ ਹੈ, ਕਿਉਂਕਿ ਬਿਜਲੀ ਮੁਲਾਜ਼ਮਾਂ ਦੀ ਇਹ ਹੜਤਾਲ ਇਸ ਵਾਸਤੇ ਕਿ ਇਹਨੂੰ ਵੇਚੋ ਨਾ, ਅਦਾਰੇ ਨੂੰ। ਬਹੁਤ ਮੁਨਾਫਾ ਕਮਾ ਰਿਹਾ ਅਦਾਰਾ ਇਹ। ਯੂਟੀ ਇਲੈਕਟ੍ਰਿਸਿਟੀ ਸਪਲਾਈ ਮੁਨਾਫਾ ਕਮਾ ਰਹੀ ਹੈ। ਤੁਸੀਂ ਮੁਨਾਫਾ ਕਮਾਉਣ ਵਾਲਾ ਅਦਾਰਾ ਵੇਚੀ ਜਾਂਦੇ ਹੋ, ਇੰਨੀ ਜਾਇਦਾਦ ਵੇਚੀ ਜਾਂਦੇ ਹੋ। ਉਹਦੇ ਉੱਤੇ ਜੇ ਕੋਈ ਬੋਲਦਾ ਚੰਗਾ ਹੀ ਕਰ ਰਿਹਾ। ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਤੋ ਮੇਰੇ ਨਾਲ ਮੌਜੂਦ ਸਨ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ। ਪੰਜਾਬ ਦੇ ਵਿੱਚ ਕਿਹਦੀ ਸਰਕਾਰ ਬਣ ਰਹੀ ਹੈ ਇਹ 10 ਮਾਰਚ ਨੂੰ ਪਤਾ ਲੱਗ ਜਾਣਾ ਹੈ। ਪਰ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਧਰਨੇ ਪ੍ਰਦਰਸ਼ਨ, ਬਿਜਲੀ ਮੁਲਾਜ਼ਮ ਸੜਕਾਂ ਦੇ ਉੱਤੇ ਨੇ, ਚਾਹੀਦਾ ਇਹ ਹੈ ਕਿ ਲੋਕ ਸਹਿਯੋਗ ਦੇਣ, ਕਿਉਂਕਿ ਇਹ ਜਿਹੜਾ ਭਾਰ ਹੈ ਉਹ ਤੁਹਾਡੀਆਂ ਜੇਬਾਂ ਤੇ ਪੈਣਾ। ਕੱਲ ਨੂੰ ਜਾ ਕੇ ਜਿੱਥੇ ਵੀ ਕੋਈ ਧਰਨਾ ਪ੍ਰਦਰਸ਼ਨ ਹੁੰਦਾ, ਪਹਿਲਾਂ ਉਹਦੀ ਗੰਭੀਰਤਾ ਨੂੰ ਸਮਝੋ, ਫਿਰ ਉਹਨੂੰ ਸਹਿਯੋਗ ਦਿਓ ਜੇ ਤੁਹਾਨੂੰ ਠੀਕ ਲੱਗਦਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।